ਹੈਲੋ, ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ YouTube ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ। ਅੱਜ ਆਪਾਂ ਲੈ ਕੇ ਆਏ ਹਾਂ, ਬੜੀ ਡਿਮਾਂਡ ਸੀਗੀ ਕਿ ਕਵਿਜ਼ ਕਰਵਾਓ। ਠੀਕ ਹੈ ਜੀ, ਮੈਗਾ ਕਵਿਜ਼ ਸੀਰੀਜ਼ ਲੈ ਕੇ ਆਏ ਹਾਂ ਸਪੈਸ਼ਲੀ ਫॉर ਪਟਵਾਰੀ, ਵਾਰਡ ਅਟੈਂਡੈਂਟ ਤੇ ਕੋਈ ਵੀ ਜੌਬ ਜਿਹੜੀ ਪੰਜਾਬ ਦੇ ਵਿੱਚ ਨਿਕਲਦੀ, ਚਾਹੇ ਸੈਂਟਰ ਦੀ ਹੈ ਕੋਈ ਵੀ, ਠੀਕ ਹੈ, ਚਾਹੇ ਬੈਂਕ ਪੀਓ ਹੈ, SSC ਹੈ, ਕੋਈ ਵੀ ਰੇਲਵੇ ਹੈ, ਠੀਕ ਹੈ। ਤੇ ਇੱਕ ਬੜੀ ਕੁਐਰੀ ਆ ਰਹੀ ਹੈ ਕਿ ਵਾਰਡ ਅਟੈਂਡਰ ਦੇ ਵਿੱਚ ਸਰ ਕੰਪਿਊਟਰ ਨਹੀਂ ਆਉਣਾ, ਬਹੁਤ ਬੱਚੇ ਦੇ ਫੋਨ ਆਏ ਮੈਨੂੰ। ਤਾਂ ਰਾਜੇ ਮੇਰੀ ਗੱਲ ਸੁਣੋ, ਜਦੋਂ ਪੈਟਰਨ ਮੈਂਸ਼ਨ ਨਹੀਂ ਹੈ ਨਾ, ਆਪਾਂ ਨੂੰ ਕਲੀਅਰ ਹੀ ਨਹੀਂ ਕੀਤਾ ਯੂਨੀਵਰਸਿਟੀ ਨੇ, ਤਾਂ ਪੰਜਾਬ ਦੇ ਵਿੱਚ ਜੋ ਪੈਟਰਨ ਚੱਲ ਰਿਹਾ ਪੇਪਰਾਂ ਦਾ, ਤਾਂ ਉਸ ਪੈਟਰਨ ਦੇ ਆਉਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ, ਵੱਧ ਜਾਂਦੇ ਆ, ਹੈ ਨਾ। ਤਾਂ ਕਿਤੋਂ ਵੀ ਕੁਝ ਵੀ ਆ ਸਕਦਾ। ਹੁਣ ਤਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਮੈਥ ਆਊਗਾ ਕਿ ਨਹੀਂ ਆਊਗਾ, ਰੀਜ਼ਨਿੰਗ ਆਊਗੀ ਕਿ ਨਹੀਂ ਆਊਗੀ, ਹੈ ਨਾ, ਇੰਗਲਿਸ਼ ਆਊਗੀ ਕਿ ਨਹੀਂ ਆਊਗੀ। ਅਤੇ ਜੇ ਆਪਾਂ ਹੱਥ 'ਤੇ ਹੱਥ ਧਰ ਕੇ ਬੈਠ ਜਾਵਾਂਗੇ, ਹੈ ਨਾ, ਅਤੇ ਜੇ ਆਪਾਂ ਹੱਥ ਧਰ ਕੇ ਬੈਠ ਜਾਵਾਂਗੇ ਤਾਂ ਆਪਾਂ ਤਿਆਰੀ ਕਿਵੇਂ ਕਰਾਂਗੇ। ਠੀਕ ਹੈ ਸਰ, ਕਿ ਆਪਾਂ ਨੂੰ ਸਭ ਚੀਜ਼ ਪੜ੍ਹਨੀ ਚਾਹੀਦੀ ਹੈ। ਅਤੇ ਬਾਕੀ ਇੱਕ ਪੇਪਰ ਨੂੰ ਟਾਰਗੇਟ ਥੋੜ੍ਹੀ ਕਰਨਾ ਆਪਾਂ। ਇਹ ਤਾਂ ਨਹੀਂ ਕਿ ਵਾਰਡ ਅਟੈਂਡੈਂਟ ਜੇ ਆਪਾਂ ਨੂੰ ਜੋਬ ਮਿਲ ਗਈ ਤਾਂ ਆਪਾਂ ਵਾਰਡ ਅਟੈਂਡੈਂਟ ਹੀ ਬਣਨਾ ਨਹੀਂ। ਆਪਣੀ ਪਹਿਲਾਂ ਪ੍ਰਾਇਮਰੀ ਫੋਕਸ ਹੈ ਜੋਬ ਲੈਣਾ, ਦੂਜਾ ਫੋਕਸ ਹੈ ਕਿ ਆਪਾਂ ਹਰ ਇੱਕ ਚੀਜ਼ ਪੜ੍ਹਨੀ ਹੈ ਕਿ ਅੱਗੇ ਵੀ ਆਪਾਂ ਕਲੀਅਰ ਕਰਨੇ ਆ ਵੱਡੇ ਐਗਜ਼ਾਮ। ਠੀਕ ਹੈ, ਆਪਾਂ ਵਾਰਡ ਅਟੈਂਡਰ ਦੇ ਉੱਪਰ ਨਹੀਂ ਬੈਠਣਾ ਗਾ। ਹਾਂ, ਜੇ ਆਪਣੇ ਕੋਲ ਹਜੇ ਜੋਬ ਨਹੀਂ ਹੈ ਤਾਂ ਆਪਾਂ ਹਰ ਇੱਕ ਜੋਬ ਭਰ ਰਹੇ ਹਾਂ। ਠੀਕ ਹੈ, ਇਸ ਕਰਕੇ ਹਰ ਇੱਕ ਸਬਜੈਕਟ ਪੜ੍ਹਨਾ ਚਾਹੀਦਾ ਮੇਰੇ ਹਿਸਾਬ ਨਾਲ। ਠੀਕ ਹੈ ਜੀ, ਚਲੋ ਅੱਜ ਦੀ ਆਪਾਂ ਜਿਹੜੀ ਸੀਰੀਜ਼ ਹੈ ਸ਼ੁਰੂ ਕਰਦੇ ਹਾਂ। ਰਾਜੇ ਜਿਹੜੀ ਇਹ ਕੁਐਸਚਨ ਮੈਂ ਲੈ ਕੇ ਆਇਆ, ਇਹ ਮੋਸਟ ਰਿਪੀਟਡ ਆ। ਇਹਦੇ ਵਿੱਚ ਮੈਂ ਘੱਟੋ ਘੱਟ ਤੁਹਾਨੂੰ 500 ਤੋਂ ਲੈ ਕੇ 700 ਕੁਐਸਚਨ ਕਰਾਊਂਗਾ। ਵੈਸੇ ਮੇਰੇ ਕੋਲ ਤਾਂ 1000-2000 ਕੁਐਸਚਨ ਪਏ ਆ, ਪਰ ਮੈਂ ਤੁਹਾਨੂੰ 500 ਤੋਂ 700 ਤੱਕ ਕਰਾ ਦੂੰਗਾ ਵਾਰਡ ਅਟੈਂਡੈਂਟ ਤੋਂ ਪਹਿਲਾਂ ਪਟਵਾਰੀ ਤੋਂ ਪਹਿਲਾਂ। ਜਿਹੜੇ ਮੋਸਟ ਰਿਪੀਟਡ ਆ, ਇਹ ਜਿਹੜੇ ਕੁਐਸਚਨ ਆ ਤੁਹਾਨੂੰ ਆਉਣ ਦਾ ਟਿਪਸ ਹੋਣੇ ਚਾਹੀਦੇ ਆ। ਜੇ ਅਗਰ ਤੁਸੀਂ ਇਹੀ ਕੁਐਸਚਨ ਗਲਤ ਕਰ ਲਏ ਤਾਂ ਸਮਝ ਲਓ ਤੁਸੀਂ ਕੰਪਿਊਟਰ ਦੇ ਵਿੱਚ ਬਹੁਤ ਪਿੱਛੇ ਚਲੇ ਜਾਓਗੇ। ਠੀਕ ਹੈ, ਅਤੇ ਤੁਸੀਂ ਕੀ ਕਰਨਾ, ਜਦੋਂ ਹੁਣ ਮੈਂ ਵੀਡੀਓ ਸਟਾਰਟ ਕੀਤੀ ਹੈ ਰਾਜੇ, ਤੁਸੀਂ ਕੀ ਕਰਨਾ, 2 ਸੈਕਿੰਡ ਵਾਸਤੇ, ਮਤਲਬ ਮੈਂ ਵਿੱਚੋਂ 1 ਸੈਕਿੰਡ ਰੋਕਿਆ ਕਰੂੰਗਾ, 1-2 ਸੈਕਿੰਡ ਤੁਸੀਂ ਆਪ ਰੁਕ ਕੇ ਚਾਹੇ ਪਾਊਜ਼ ਕਰ ਲਿਓ ਵੀਡੀਓ ਨੂੰ, ਆਨਸਰ ਸੋਚਣਾ ਹੈ। ਠੀਕ ਹੈ, ਅਤੇ ਆਨਸਰ ਸੋਚਣ ਤੋਂ ਬਾਅਦ ਆਪਣਾ ਆਨਸਰ ਚਾਹੇ ਕੋਲੇ ਕਾਪੀ ਰੱਖ ਲਓ, ਉੱਥੇ ਲਿਖ ਲੈਣਾ। ਜਿਵੇਂ ਮੰਨ ਲਓ ਫਸਟ ਦਾ ਆਨਸਰ B ਆ, B ਲਿਖ ਲਿਆ। ਉਸ ਤੋਂ ਬਾਅਦ ਚੈੱਕ ਕਰਨਾ, ਫਿਰ ਮੈਂ ਆਨਸਰ ਦੱਸਾਂਗਾ ਵੀ ਤੁਸੀਂ ਮੈਚ ਕਰਨਾ ਤੁਹਾਡੇ ਕਿੰਨੇ ਠੀਕ ਨੇ। ਅਤੇ ਸਭ ਨੇ ਐਂਡ ਵਿੱਚ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਆਪਣੇ ਰੈਂਕ ਲਿਖਣਾ ਕਿ ਮੇਰੇ ਕਿੰਨੇ 'ਚੋਂ ਕਿੰਨੇ ਠੀਕ ਨੇ। ਮੰਨ ਲਓ ਜੇ ਮੈਂ 25 ਕੁਐਸਚਨ ਲੈ ਕੇ ਆਇਆ, 25 'ਚੋਂ ਮੇਰੇ 3 ਠੀਕ ਨੇ, 23 ਠੀਕ ਨੇ, 20 ਠੀਕ ਨੇ, 5 ਠੀਕ ਨੇ। ਤਾਂ ਇਹਦੇ ਵਿੱਚ ਕੋਈ ਵੀ ਸ਼ਰਮ ਵਾਲੀ ਗੱਲ ਨਹੀਂ, ਜਿੰਨੇ ਤੁਹਾਡੇ ਠੀਕ ਆ ਤੁਸੀਂ ਲਿਖ ਕੇ ਜਾਣੇ ਆ। ਤਾਂ ਮੈਨੂੰ ਪਤਾ ਚੱਲ ਜੂਗਾ ਕਿਹੜੇ ਬੱਚੇ ਦਾ ਲੈਵਲ ਕਿੱਥੋਂ ਤੱਕ ਹੈ। ਠੀਕ ਹੈ, ਉਸ ਬੱਚੇ ਨੂੰ ਮੈਂ ਟਾਰਗੇਟ ਕਰ ਸਕੂੰਗਾ ਕਿ ਉਸਨੂੰ ਕੰਪਿਊਟਰ ਸਮਝ ਕਿਉਂ ਨਹੀਂ ਆ ਰਿਹਾ, ਹੈ ਨਾ, ਆਪਾਂ ਉਹਦਾ ਵੀ ਹੱਲ ਕਰਾਂਗੇ। ਚਲੋ ਅੱਜ ਦੇ ਆਪਾਂ ਸ਼ੁਰੂ ਕਰਦੇ ਹਾਂ ਭਾਈ ਮੈਗਾ ਕੁਇਜ਼। ਠੀਕ ਹੈ, ਪਹਿਲਾ ਕੁਐਸਚਨ ਦੇਖੋ ਰਾਜੇ, ਕੀ ਕਹਿੰਦਾ ਸਕਰੀਨ ਦੈਟ ਐਟ ਸ਼ੋਜ਼ ਆਲ ਦਾ ਆਈਕਨਸ ਵੈਨ ਯੂ ਟਰਨ ਔਨ ਦਾ ਕੰਪਿਊਟਰ। ਪੰਜਾਬੀ 'ਚ ਦੱਸ ਦਿੰਦਾ ਕਿਉਂਕਿ ਪੇਪਰ ਪੰਜਾਬੀ 'ਚ ਵੀ ਆ ਸਕਦਾ। ਕਹਿੰਦਾ ਜਦੋਂ ਆਪਾਂ ਕੰਪਿਊਟਰ ਨੂੰ ਔਨ ਕਰਦੇ ਹਾਂ, ਜਿਹੜੀ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਸਕਰੀਨ ਖੁੱਲ੍ਹਦੀ ਹੈ ਜਿਹਦੇ ਉੱਪਰ ਆਈਕਨਸ ਹੁੰਦੇ ਆ, ਹੈ ਨਾ, ਜਿਵੇਂ ਮਾਈ ਕੰਪਿਊਟਰ ਹੋ ਗਿਆ, ਰੀਸਾਈਕਲਿੰਗ ਬਿਨ ਹੋ ਗਿਆ, ਹੈ ਨਾ, ਵੱਖਰੇ ਆਈਕਨ ਖੁੱਲ੍ਹਦੇ ਆ। ਕਹਿੰਦਾ ਉਹਨਾਂ ਨੂੰ ਉਸ ਜਿਹੜੀ ਸਕਰੀਨ ਖੁੱਲ੍ਹਦੀ ਹੈ, ਸਭ ਤੋਂ ਪਹਿਲੀ ਸਕਰੀਨ ਖੁੱਲ੍ਹਦੀ ਹੈ ਕੰਪਿਊਟਰ ਦੇ ਉੱਪਰ, ਜਦੋਂ ਆਪਾਂ ਕੰਪਿਊਟਰ ਸਵਿੱਚ ਔਨ ਕਰਦੇ ਹਾਂ, ਕੀ ਹੁੰਦਾ ਉਹ, ਕਹਿੰਦਾ ਡੈਸਕਟਾਪ ਹੁੰਦਾ ਜਾਂ ਫੇਸ ਟੂ ਫੇਸ ਹੁੰਦਾ, ਵਿਊਅਰ ਹੁੰਦਾ, ਵਿਊ ਸਪੇਸ ਹੁੰਦਾ, ਜਾਂ ਨਨ ਆਫ ਦੀਸ ਹੁੰਦਾ। ਤੁਸੀਂ ਇਹਦਾ ਆਨਸਰ ਸੋਚ ਲਓ ਭਾਈ, ਸੋਚ ਲਿਆ। ਠੀਕ ਹੈ, ਮੈਂ ਦੱਸ ਦਿੰਦਾ ਰਾਜੇ, ਇਹਦਾ ਆਨਸਰ ਕੀ ਹੈ ਰਾਜੇ, ਡੈਸਕਟਾਪ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਵੀ ਕੰਪਿਊਟਰ ਖੁੱਲ੍ਹਦਾ ਹੈ ਤਾਂ ਜਿਹੜੀ ਪਹਿਲੀ ਵਿੰਡੋ ਖੁੱਲ੍ਹਦੀ ਆਪਣੇ ਸਾਹਮਣੇ ਹੁੰਦੀ ਹੈ ਡੈਸਕਟਾਪ, ਜਿਹਦੇ ਉੱਪਰ ਕੀ ਹੁੰਦੇ, ਇੱਥੇ ਸਟਾਰ ਬਟਨ ਹੋਊਗਾ, ਸਟਾਰਟ ਦਾ ਬਟਨ ਹੋਊਗਾ, ਮਾਈ ਕੰਪਿਊਟਰ ਦਾ ਆਈਕਨ ਹੋਊਗਾ, ਰੀਸਾਈਕਲਿੰਗ ਬਿਨ ਹੋਊਗਾ, ਤੇ ਟਾਈਮ ਆ ਰਿਹਾ ਹੋਊਗਾ, ਵੱਖਰੇ ਆਈਕਨਸ ਹੁੰਦੇ ਨੇ। ਠੀਕ ਹੈ, ਤੇ ਉਹ ਸਕਰੀਨ ਨੂੰ ਕੀ ਕਹਿੰਦੇ ਭਾਈ, ਡੈਸਕਟਾਪ। ਠੀਕ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਕੀ ਕਹਿੰਦੇ ਆ, ਡੈਸਕਟਾਪ ਕਹਿੰਦੇ ਆ। ਠੀਕ ਹੈ, ਚਲੋ ਵੱਧਦੇ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਥੋੜ੍ਹਾ ਜਿਹਾ ਟ੍ਰਿਕੀ ਹੈ ਲੇਕਿਨ ਹੈ ਬਹੁਤ ਸੌਖਾ। ਕਹਿੰਦਾ ਰੀਟਰੀਵਲ ਹੁੰਦਾ ਕੋਈ ਚੀਜ਼ ਆਪਾਂ ਦੇਖਣੀ, ਹੈ ਨਾ, ਕੱਢਣੀ। ਕਹਿੰਦਾ ਰੀਟਰੀਵਲ ਆਫ ਇਨਫੋਰਮੇਸ਼ਨ ਫਰੋਮ ਏ ਕੰਪਿਊਟਰ। ਕਹਿੰਦਾ ਕੰਪਿਊਟਰ ਤੋਂ ਆਪਾਂ ਜਿਹੜੀ ਕੋਈ ਇਨਫੋਰਮੇਸ਼ਨ ਬਾਹਰ ਕੱਢ ਰਹੇ ਹਾਂ ਤਾਂ ਉਹਨੂੰ ਕੀ ਕਹਿੰਦੇ ਆ ਭਾਈ, ਆਊਟਪੁੱਟ ਕਹਿੰਦੇ ਆ, ਇਨਪੁੱਟ ਕਹਿੰਦੇ ਆ, ਡਾਟਾ ਕਹਿੰਦੇ ਆ, ਇਨਫੋਰਮੇਸ਼ਨ ਕਹਿੰਦੇ ਆ, ਪ੍ਰੋਸੈਸਿੰਗ ਕਹਿੰਦੇ ਆ। ਪੇਪਰਾਂ 'ਚ ਭਾਈ ਆਉਣਗੀਆਂ 4 ਆਪਸ਼ਨਾਂ, ਮੈਂ ਜਾਣ ਕੇ 5 ਲੈ ਕੇ ਆਇਆ ਤੁਹਾਡੇ ਵਾਸਤੇ ਕਿ ਤੁਹਾਡਾ ਤਾਂ ਦਿਮਾਗ ਜ਼ਿਆਦਾ ਲਾਓ। ਜ਼ਿਆਦਾ ਆਪਸ਼ਨਾਂ ਹੋਣਗੀਆਂ, ਦਿਮਾਗ ਉਲਝੂਗਾ, ਦਿਮਾਗ ਖਰਚ ਹੋਊਗਾ। ਠੀਕ ਹੈ ਜੀ, ਹੁਣ ਇਹਦੇ ਵਿੱਚ ਦੱਸੋ ਭਾਈ, 1 ਸੈਕਿੰਡ ਵਾਸਤੇ ਮੈਂ ਚੁੱਪ ਕਰ ਗਿਆ। ਚਲੋ ਮੈਂ ਦੱਸ ਦਿੰਦਾ ਇਹਦਾ ਆਨਸਰ ਕੀ ਹੈ ਰਾਜੇ, ਆਊਟਪੁੱਟ। ਜੇ ਤਾਂ ਕੋਈ ਚੀਜ਼ ਆਪਾਂ ਅੰਦਰ ਪਾ ਰਹੇ ਹਾਂ ਕੰਪਿਊਟਰ ਦੇ, ਉਹ ਹੋਊਗੀ ਭਾਈ ਇਨਪੁੱਟ। ਠੀਕ ਹੈ, ਪਰ ਇਹ ਕੀ ਕਹਿੰਦਾ, ਰੀਟਰੀਵਲ ਤੁਹਾਨੂੰ ਮੈਂ ਕਿਹਾ ਜਿਹੜੀ ਚੀਜ਼ ਬਾਹਰ ਕੱਢਣੀ, ਤਾਂ ਜਦੋਂ ਆਪਾਂ ਕੋਈ ਬਾਹਰ ਚੀਜ਼ ਕੱਢਦੇ ਹਾਂ ਨਾ, ਉਹ ਕੀ ਹੁੰਦੀ ਆ, ਆਊਟਪੁੱਟ। ਜਦੋਂ ਆਪਾਂ ਕੰਪਿਊਟਰ ਦੇ ਉੱਪਰ ਸਕਰੀਨ ਦੇ ਉੱਪਰ ਦੇਖਾਂਗੇ, ਮੰਨ ਲਓ ਮੈਂ 5+2 ਕੀਤਾ, ਮੈਂ ਕੀ ਕੀਤਾ, ਇਨਪੁੱਟ ਕੀਤਾ, ਜਦੋਂ 7 ਆ ਗਿਆ, 7 ਮੇਰਾ ਆਨਸਰ ਆ ਗਿਆ, ਉਹ ਤਾਂ ਮੇਰਾ ਆਨਸਰ ਬਾਹਰ ਆਊਗਾ ਨਾ, 7 ਆਨਸਰ ਆਊਟਪੁੱਟ ਬਣ ਕੇ ਆਈ। ਤਾਂ ਆਊਟਪੁੱਟ ਨੂੰ ਆਪਾਂ ਕੀ ਕਰਦੇ ਹਾਂ, ਰੀਟਰੀਵ ਕਰਦੇ ਹਾਂ। ਠੀਕ ਹੈ ਭਾਈ, ਠੀਕ ਹੈ, ਹੈ ਸੌਖਾ ਸੀ ਲੇਕਿਨ ਥੋੜ੍ਹਾ ਜਿਹਾ ਟ੍ਰਿਕੀ ਸੀ, ਘੁਮਾ ਕੇ ਕੀਤਾ ਹੋਇਆ ਸੀ। ਆਹ ਕੁਐਸਚਨ ਵੀ ਬਹੁਤ ਸੌਖਾ ਹੈ, ਪਰ ਇਹਦੇ ਵਿੱਚ ਵੀ ਪਹਿਲੀ A ਔਰ B ਆਪਸ਼ਨ ਦੇ ਵਿੱਚ ਬੱਚੇ ਬੜੇ ਕਨਫਿਊਜ਼ ਹੋਣਗੇ। ਠੀਕ ਹੈ,
ਇਹ ਜਦੋਂ ਮੈਂ ਐਕਸਲ ਕਰਾਊਂਗਾ ਤੁਹਾਨੂੰ ਸਾਰੀ ਚੀਜ਼ ਕਲੀਅਰ ਹੋਊਗੀ। ਹੌਲੀ ਹੌਲੀ ਆਪਾਂ ਸਾਰਾ ਕੁਝ ਹੀ ਕਰਾਵਾਂਗੇ ਚੈਨਲ ਦੇ ਉੱਪਰ। ਹੁਣ ਕੀ ਕਹਿੰਦਾ ਐਕਸਲ ਇਜ਼ ਏ ਕਲੈਕਸ਼ਨ ਆਫ, ਕਹਿੰਦਾ ਜਿਹੜਾ ਮਾਈਕਰੋਸਾਫਟ ਐਕਸਲ ਹੈ ਕਲੈਕਸ਼ਨ ਕਿਹਦੀ ਹੈ, ਕਹਿੰਦਾ ਵਰਕਬੁੱਕ ਦੀ ਹੈ, ਵਰਕਸ਼ੀਟ ਦੀ ਹੈ, ਗ੍ਰਾਫਸ ਦੀ ਹੈ, ਚਾਰਟ ਦੀ ਹੈ, ਜਾਂ ਕਿਸੇ ਚੀਜ਼ ਦੀ ਵੀ ਨਹੀਂ ਹੈ। ਤਾਂ ਆਨਸਰ ਭਾਈ ਸੋਚ ਲਓ। ਲਓ ਜੀ, ਇਹਦਾ ਆਨਸਰ ਹੈਗਾ ਭਾਈ ਵਰਕਸ਼ੀਟਸ। ਹੁਣ ਕਈ ਬੱਚੇ ਕਹਿਣਗੇ ਭਾਈ ਵਰਕਬੁੱਕ ਕਿਉਂ ਨਹੀਂ ਆਇਆ, ਕਿਉਂਕਿ ਜਦੋਂ ਵੀ ਆਪਾਂ ਐਕਸਲ ਖੋਲ੍ਹਦੇ ਹਾਂ ਜਿਹੜੀ ਪਹਿਲੀ ਵਿੰਡੋ ਆਪਣੇ ਕੋਲ ਖੁੱਲ੍ਹਦੀ ਆ ਉਹਨੂੰ ਬੋਲਦੇ ਆ ਵਰਕਬੁੱਕ। ਠੀਕ ਹੈ, ਤੇ ਇੱਕ ਵਰਕਬੁੱਕ ਦੇ ਅੰਦਰ ਕੀ ਹੁੰਦੀਆਂ 3 ਸ਼ੀਟਾਂ ਹੁੰਦੀਆਂ ਵਰਕਸ਼ੀਟ, ਸ਼ੀਟ 1, ਸ਼ੀਟ 2, ਸ਼ੀਟ 3। ਇਸ ਤੋਂ ਬਾਅਦ ਆਪਾਂ ਵਧਾ ਵੀ ਸਕਦੇ ਹਾਂ ਘਟਾ ਵੀ ਸਕਦੇ ਹਾਂ। ਠੀਕ ਹੈ, ਤਾਂ ਕਲੈਕਸ਼ਨ ਆਫ ਕਹਿੰਦਾ ਸ਼ੀਟਸ ਹੋਣਗੀਆਂ ਰਾਜੇ। ਬੁੱਕ ਤਾਂ ਇੱਕ ਹੀ ਹੈ ਤੇ ਬੁੱਕ ਦੇ ਵਿੱਚ ਪੰਨੇ। ਕਲੈਕਸ਼ਨ ਦਾ ਮਤਲਬ ਹੁੰਦਾ ਕਿ ਇੱਕ ਤੋਂ ਵੱਧ ਕੋਈ ਚੀਜ਼ ਹੋਵੇ ਆਪਣੇ ਕੋਲੇ, ਹੈ ਨਾ। ਇੱਕ ਚੀਜ਼ ਨੂੰ ਤਾਂ ਆਪਾਂ ਕਲੈਕਸ਼ਨ ਕਦੇ ਕਵਾਂਗੇ ਨਹੀਂ। ਤਾਂ ਆ ਦੇਖੋ ਐਸ ਲੱਗਾ ਹੋਇਆ ਇਹਨਾਂ ਦੇ ਪਿੱਛੇ, ਤਾਂ ਵਰਕਸ਼ੀਟ। ਕੀ ਆਨਸਰ ਆਊਗਾ ਭਾਈ ਇਹਦਾ, ਕਲੈਕਸ਼ਨ ਆਫ ਵਰਕਸ਼ੀਟਸ। ਠੀਕ ਹੈ ਜੀ, ਦਿਮਾਗ ਖੋਲ੍ਹ ਕੇ ਰੱਖਣੇ ਆ ਤਾਂ ਹੀ ਪੇਪਰਾਂ ਦੇ ਵਿੱਚ ਕਲੀਅਰ ਹੋਊਗਾ। ਕੁਐਸਚਨ ਸੌਖਾ ਵੀ ਆ ਸਕਦਾ, ਪੇਪਰ ਸੌਖਾ ਵੀ ਬਹੁਤ ਹੋਊਗਾ, ਪਰ ਥੋੜ੍ਹਾ ਜਿਹਾ ਘੁਮਾਇਆ ਵੀ ਹੋਊਗਾ। ਆਹ ਕੁਐਸਚਨ ਦੇਖੋ, ਕਹਿੰਦਾ ਵਿਚ ਫਾਈਲ ਫਾਰਮੈਟ ਕੈਨ ਬੀ ਐਡਿਡ ਟੂ ਦਾ ਪਾਵਰ ਪੁਆਇੰਟ ਸ਼ੋ। ਪਾਵਰ ਪੁਆਇੰਟ ਦੇ ਵਿੱਚ ਆਪਾਂ ਕਿਹੜੀ ਚੀਜ਼ਾਂ ਐਡ ਕਰ ਸਕਦੇ ਹਾਂ। .jpg ਮਤਲਬ ਕੋਈ ਫੋਟੋ ਦੀ ਐਕਸਟੈਂਸ਼ਨ ਆ। .giv ਇਹ ਵੀ ਫੋਟੋ ਦੀ ਐਕਸਟੈਂਸ਼ਨ ਆ। .wave ਫਾਈਲ ਮਿਊਜ਼ਿਕ ਦੀ ਹੁੰਦੀ ਹੈ ਵੇਵ ਫਾਈਲ। ਆਲ ਆਫ ਅਬਵ ਕਹਿੰਦਾ ਆਪਾਂ ਕੀ ਐਡ ਕਰ ਸਕਦੇ ਹਾਂ। ਮੈਂ ਤੁਹਾਨੂੰ ਦੱਸ ਦਿੰਦਾ, ਆਪਾਂ ਸਾਰਾ ਕੁਝ ਐਡ ਕਰ ਸਕਦੇ ਹਾਂ ਪਾਵਰ ਪੁਆਇੰਟ ਦੇ ਵਿੱਚ। ਕੋਈ ਫੋਟੋ ਹੈ, ਕੋਈ ਵੀਡੀਓ ਹੈ, ਜਿਵੇਂ ਦੇਖੋ ਮੈਂ ਫੋਟੋ ਹੀ ਐਡ ਕੀਤੀ ਹੋਈ ਹੈ ਕੁਐਸਚਨ ਦੀ। ਕੋਈ ਵੀਡੀਓ ਵੀ ਐਡ ਕਰ ਸਕਦੇ ਹਾਂ, ਕੋਈ ਟਾਈਪ ਵੀ ਕਰ ਸਕਦੇ ਹਾਂ, ਕੁਝ ਵੀ ਹੋ ਸਕਦਾ ਇਹਦੇ ਵਿੱਚ। ਠੀਕ ਹੈ, ਤਾਂ ਆਲ ਆਫ ਦੀ ਅਬਵ ਇਹਦਾ ਕੀ ਆ ਜਾਊਗਾ ਭਾਈ ਆਨਸਰ, ਆਲ ਆਫ ਦੀ ਅਬਵ। ਠੀਕ ਹੈ, ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ ਹੈ ਕਲਰਕ ਦੇ ਐਗਜ਼ਾਮ ਦੇ ਵਿੱਚ। ਆਹ ਕੁਐਸਚਨ ਵੀ ਬਹੁਤ ਸੌਖਾ ਹੈ ਲੇਕਿਨ ਥੋੜਾ ਟ੍ਰਿਕੀ ਹੈ। ਕਹਿੰਦਾ ਮਾਈਕਰੋਸਾਫਟ ਪਾਵਰ ਪੁਆਇੰਟ ਦਾ ਫੋਲੋਇੰਗ ਇਜ਼ ਨਾਟ ਐਡਵਾਂਸ ਦਾ ਸਲਾਈਡ ਇਨ ਏ ਸਲਾਈਡ ਸ਼ੋ। ਐਡਵਾਂਸ ਦਾ ਮਤਲਬ ਕੀ ਹੈ ਇੱਥੇ ਸਮਝ ਲਓ। ਐਡਵਾਂਸ ਦਾ ਮਤਲਬ ਕੀ ਹੈ ਇੱਥੇ ਰਾਜੇ, ਐਡਵਾਂਸ ਦਾ ਮਤਲਬ ਹੈ ਜਦੋਂ ਮੈਂ ਸਲਾਈਡ ਸ਼ੋ ਚਲਾ ਰਿਹਾ, ਜਿਵੇਂ ਤੁਹਾਡੇ ਸਾਹਮਣੇ ਮੈਂ ਚਲਾ ਰਿਹਾ 5 ਨੰਬਰ ਕੁਐਸਚਨ ਆ ਗਿਆ, ਫਿਰ 6 ਨੰਬਰ ਆਊਗਾ, ਫਿਰ 7 ਨੰਬਰ ਆਊਗਾ। ਐਡਵਾਂਸ ਦਾ ਮਤਲਬ ਕਿ ਮੈਂ ਅੱਗੇ ਜਾਣਾ ਹੈ, ਐਡਵਾਂਸ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਭਾਈ, ਐਸਕੇਪ ਕੀ, ਸਪੇਸ ਬਾਰ, ਐਂਟਰ, ਮਾਊਸ ਬਟਨ ਕੇ ਸਾਰਾ ਕੁਝ। ਹੁਣ ਆਨਸਰ ਤੁਸੀਂ ਸੋਚ ਲਓ ਇਹਦਾ। ਹੁਣ ਕਾਫੀ ਬੱਚਿਆਂ ਨੇ ਆਨਸਰ ਸੋਚਿਆ ਹੋਊਗਾ ਆਲ ਆਫ ਦਾ ਅਬਵ। ਨਹੀਂ ਭਾਈ, ਹਮੇਸ਼ਾ ਆਲ ਆਫ ਦੀ ਅਬਵ ਨਹੀਂ ਹੁੰਦਾਗਾ ਆਨਸਰ। ਇਹਦਾ ਆਨਸਰ ਹੈਗਾ ਐਸਕੇਪ ਕੀ। ਤੁਹਾਨੂੰ ਮੈਂ ਦੱਸ ਦਿੰਦਾ, ਐਡਵਾਂਸ ਦਾ ਮਤਲਬ ਅੱਗੇ ਜਾਣਾ। ਸਲਾਈਡ ਸ਼ੋ ਚਲਾਉਣ ਦਾ ਸ਼ਾਰਟਕਟ ਕੀ ਹੁੰਦਾ, ਇਹ ਵੀ ਤੁਹਾਨੂੰ ਪਤਾ ਨਹੀਂ ਚਾਹੀਦਾ, ਮੈਂ ਦੱਸਿਆ ਸੀਗਾ F5 ਆਪਾਂ ਨੱਪ ਦਾਂਗੇ। ਇੱਕ ਤਾਂ ਹੁੰਦਾ ਟਾਈਮਰ ਲੱਗ ਜਾਂਦਾ ਕਿ ਜੇ ਮੰਨ ਲਓ ਮੈਂ ਟਾਈਮ ਲਾਤਾ 2 ਸੈਕਿੰਡ ਬਾਅਦ ਮੇਰਾ ਕੁਐਸਚਨ ਆਪਣੇ ਆਪ ਅੱਗੇ ਜਾਈ ਜਾਊਗਾ, ਸਲਾਈਡ ਮੇਰੀ ਅੱਗੇ ਵਧੀ ਜਾਊਗੀ। ਜਿਵੇਂ 5 ਨੰਬਰ ਆ ਗਿਆ ਕੁਐਸਚਨ, ਅੱਗੇ 6 ਨੰਬਰ ਆ ਜਾਊਗਾ। ਠੀਕ ਹੈ, ਹੁਣ ਜਿਵੇਂ ਮੋਬਾਈਲ ਦੇ ਉੱਪਰ ਮੈਂ ਟੱਚ ਕਰਦਾ, ਦੇਖੋ ਹੁਣ ਮੈਂ ਟੱਚ ਕੀਤਾ, ਮੈਂ ਅੱਗੇ ਚਲਾ ਗਿਆ, ਇਹਨੂੰ ਬੋਲਦੇ ਐਡਵਾਂਸ। ਠੀਕ ਹੈ, ਹੁਣ ਮੈਂ ਪਿੱਛੇ ਆ ਗਿਆ, ਇਹਨੂੰ ਐਡਵਾਂਸ ਨਹੀਂ ਬੋਲਦੇ, ਅੱਗੇ ਜਾਣ ਨੂੰ ਐਡਵਾਂਸ ਬੋਲਦੇ ਆ। ਠੀਕ ਹੈ, ਤਾਂ ਹੁਣ ਜਦੋਂ ਮੈਂ ਕੰਪਿਊਟਰ 'ਤੇ ਕੋਈ ਵੀ ਚਲਾਵਾਂਗਾ ਸਲਾਈਡ ਸ਼ੋ, ਜੇ ਮੈਂ ਸਪੇਸ ਬਾਰ ਨੱਪੂੰਗਾ ਤਾਂ ਵੀ ਉਹ ਅੱਗੇ ਜਾਊਗੀ, ਜੇ ਮੈਂ ਐਂਟਰ ਕੀ ਦੱਬੂੰਗਾ ਤਾਂ ਵੀ ਅੱਗੇ ਜਾਊਗੀ, ਜੇ ਮੈਂ ਮਾਊਸ ਦਾ ਕੋਈ ਬਟਨ ਨੱਪੂੰਗਾ ਤਾਂ ਵੀ ਅੱਗੇ ਜਾਊਗੀ। ਪਰ ਜਦੋਂ ਮੈਂ ਐਸਕੇਪ ਕੀ ਨੱਪਦਾ ਤਾਂ ਉਹ ਕੀ ਹੋ ਜਾਂਦਾ, ਐਸਕੇਪ ਕੀ ਤੁਹਾਨੂੰ ਮੈਂ ਦੱਸਿਆ ਜੀ ਕਾਹਦੇ ਵਾਸਤੇ ਹੁੰਦੀ ਆ, ਮੈਂ ਪਿਛਲੀ ਵਾਰ ਸ਼ਾਰਟਕਟ ਕੀਜ਼ ਦੇ ਵਿੱਚ ਕਰਾਇਆ ਹੋਇਆ। ਐਸਕੇਪ ਕੀ ਕਰਦੀ ਆ, ਸਾਰੇ ਚੀਜ਼ਾਂ ਨੂੰ ਬੰਦ ਹੋਣ ਵਾਸਤੇ, ਫੋਰਸਫੁਲੀ ਕਿਸੇ ਚੀਜ਼ ਨੂੰ ਬੰਦ ਕਰਨ ਵਾਸਤੇ ਐਸਕੇਪ ਕੀ ਦੱਬਦੇ ਆ। ਤੇ ਜਦੋਂ ਆਪਾਂ ਐਸਕੇਪ ਕੀ ਦੱਬ ਦਾਂਗੇ ਕੀ ਹੋ ਜਾਊਗਾ, ਸਲਾਈਡ ਸ਼ੋ ਤਾਂ ਬੰਦ ਹੀ ਹੋ ਜਾਊਗਾ, ਐਡਵਾਂਸ ਤਾਂ ਨਹੀਂ ਹੋਊਗਾ ਨਾ। ਤਾਂ ਇਹਦਾ ਆਨਸਰ ਕੀ ਆ ਗਿਆ ਭਾਈ, ਐਸਕੇਪ ਕੀ। ਠੀਕ ਹੈ ਜੀ, ਓਕੇ। ਹੁਣ ਨੈਕਸਟ ਕੁਐਸਚਨ ਦੇਖੋ, ਕਹਿੰਦਾ ਇਨ ਵਿੰਡੋ ਆਪਰੇਟਿੰਗ ਸਿਸਟਮ ਕਿਹੜਾ ਹੋ ਗਿਆ, ਜਿਹੜੀ ਵਿੰਡੋ ਹੋ ਗਈ। ਵੈਨ ਯੂ ਡਿਲੀਟ ਏ ਫਾਈਲ ਔਰ ਫੋਲਡਰ ਇਟ ਡਜ਼ਨਟ ਐਕਚੁਅਲੀ ਗੈਟ ਡਿਲੀਟਡ। ਕਹਿੰਦਾ ਮੰਨ ਲਓ ਕੋਈ ਫਾਈਲ ਜਾਂ ਫੋਲਡਰ, ਮੰਨ ਲਓ ਕੋਈ ਫੋਟੋ ਸੀਗੀ, ਤੁਸੀਂ ਡਿਲੀਟ ਕਰਤੀ, ਚਾਹੇ ਗਲਤੀ ਨਾਲ ਕਰਤੀ ਚਾਹੇ ਜਾਣ ਕੇ ਕੀਤੀ, ਕਹਿੰਦਾ ਉਹ ਐਕਚੁਅਲੀ ਡਿਲੀਟ ਨਹੀਂ ਹੁੰਦੀ, ਉਹ ਕਿਤੇ ਚਲੀ ਜਾਂਦੀ ਆ। ਕੀ 'ਚ ਜਾਂਦੀ ਆ, ਡਸਟਬਿਨ 'ਚ ਜਾਂਦੀ ਆ, ਸਾਈਕਲਿੰਗ ਬਿਨ 'ਚ ਜਾਂਦੀ ਆ, ਨਨ ਆਫ ਥੀਸ। ਇਹਦਾ ਆਨਸਰ ਤਾਂ ਬਹੁਤ ਸੌਖਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਰੀਸਾਈਕਲਿੰਗ ਬਿਨ। ਇੱਦਾਂ ਦਾ ਇੱਕ ਤੁਸੀਂ ਜਦੋਂ ਖੋਲ੍ਹ ਲਓਗੇ ਨਾ, ਇੱਦਾਂ ਦਾ ਇੱਕ ਆਈਕਨ ਬਣਿਆ ਹੋਊਗਾ ਬਾਲਟੀ ਵਰਗਾ, ਜਿਹਨੂੰ ਕਹਿੰਦੇ ਡਸਟਬਿਨ, ਬਿਨ ਕਹਿ ਦਿੰਦੇ ਆ, ਮਤਲਬ ਆਪਾਂ ਦੇਸੀ ਭਾਸ਼ਾ 'ਚ ਡਸਟਬਿਨ ਕਹਿੰਦੇ ਹਾਂ, ਜਿਹੜਾ ਡੇਲੀ ਲਾਈਫ 'ਚ ਯੂਜ਼ ਕਰਦੇ ਹਾਂ। ਪਰ ਕੰਪਿਊਟਰ 'ਚ ਕੀ ਕਹਿੰਦੇ ਉਹਨੂੰ ਭਾਈ, ਰੀਸਾਈਕਲਿੰਗ ਬਿਨ। ਰੀਸਾਈਕਲ ਕਿਉਂ ਕਹਿੰਦੇ ਆ, ਰੀਸਾਈਕਲ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਦੁਬਾਰਾ ਫਿਰ ਲੈ ਕੇ ਆਉਣਾ। ਜੇ ਮੰਨ ਲਓ ਕੋਈ ਫਾਈਲ ਡਿਲੀਟ ਹੋ ਗਈ, ਇਹਦੇ ਵਿੱਚ ਚਲੀ ਗਈ, ਆਪਾਂ ਉਹ ਫਾਈਲ ਨੂੰ ਦੁਬਾਰਾ ਬਾਹਰ ਲਿਆ ਸਕਦੇ ਹਾਂ ਜਿੱਥੇ ਉਹ ਪਹਿਲਾਂ ਪਈ ਸੀਗੀ, ਤਾਂ ਕਰਕੇ ਉਹਨੂੰ ਕਹਿੰਦੇ ਆ ਰੀਸਾਈਕਲ ਮਤਲਬ ਕਿਸੇ ਚੀਜ਼ ਨੂੰ ਮਿਟਾ ਕੇ ਫਿਰ ਦੁਬਾਰਾ ਉਸ 'ਤੇ ਇੱਕ ਨਵੀਂ ਚੀਜ਼ ਬਣਾ ਲੈਣੀ। ਠੀਕ ਹੈ, ਉਵੇਂ ਹੀ ਫਾਈਲ ਨੂੰ ਰੀਸਟੋਰ ਕਰ ਲੈਣਾ। ਠੀਕ ਹੈ ਜੀ, ਇਹਦਾ ਆਨਸਰ ਕੀ ਆਊਗਾ, ਰੀਸਾਈਕਲਿੰਗ ਬਿਨ। ਠੀਕ ਹੈ, ਤੇ ਜੇ ਵੀਡੀਓ ਵਧੀਆ ਲੱਗ ਰਹੀ ਹੈ ਭਾਈ, ਵਾਰ ਟੈਂਡੈਂਟ ਵਾਲਿਓ, ਪਟਵਾਰੀ ਵਾਲਿਓ, ਦੱਬ ਦਿਓ ਲਾਈਕ ਔਰ ਸ਼ੇਅਰ ਕਰ ਦਿਓ, ਔਰ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਹ ਕੁਐਸਚਨ ਦੇਖੋ ਕਿੰਨਾ ਸੌਖਾ ਹੈ, ਇਹ 'ਚ ਵੀ ਕੁਐਸਚਨ ਗਲਤ ਹੋਣਗੇ ਲੋਕਾਂ ਦੇ। ਕਹਿੰਦਾ ਸਮਾਲੈਸਟ ਸਟੋਰੇਜ ਯੂਨਿਟ ਆਫ ਕੰਪਿਊਟਰ। ਕਹਿੰਦਾ ਸਮਾਲੈਸਟ ਯੂਨਿਟ ਕੀ ਆ, ਨਿੱਬਲ ਹੈ। ਨਿੱਬਲ ਤੁਹਾਨੂੰ ਮੈਂ ਦੱਸਿਆ ਸੀ ਕਿੰਨਾ ਹੁੰਦਾ, 4 ਬਿਟਸ ਦਾ। ਠੀਕ ਹੈ, 4 ਬਿਟਸ ਦਾ ਕੀ ਬਣਦਾ, ਨਿੱਬਲ। ਬਾਈਟ ਕਿੰਨੇ ਦਾ ਬਣਦਾ ਭਾਈ, ਸੋਚ ਕੇ ਦੱਸਿਓ ਕਿੰਨੇ ਦਾ ਬਣਦਾ ਹੈ, ਕਮੈਂਟ ਬਾਕਸ ਦੱਸਿਓ। 8 ਬਿਟਸ ਦਾ ਬਣਦਾ ਹੈ। ਠੀਕ ਹੈ, ਬਾਈਟਸ। ਤੇ ਬਿਟ ਕੀ ਹੁੰਦੀ ਹੈ, 0 ਜਾਂ 1।
ठीक है। वर्ड किन्ने बिट का हुंदा है, ठीक है, 16 या 32, ठीक है। तो हुण दसो भाई सब तो समॉलेस्ट यूनिट की हो गया, ठीक है। हुण कई निब्बल लिख के आएंगे, पक्का उन्होंने की करना, अगलियां ऑप्शन पढ़नियां नहीं, निब्बल ते आंसर दब देंगे बिना अखां देखे। और नहीं भाई दिमाग खोल के, बिट सब तो होंगी है समॉलेस्ट यूनिट। बिट की होंदा देखो 0 ते 1 सब तो समॉलेस्ट है। हुण मैं निब्बल बनाना तो मैं 4 बिट का होगा, जिवें मान लो 0 1 1 0 मतलब 4 बिट का हो गया, तो इन्हां तो वड्डा ही हो गया। जिवें बाइट बनाऊँगा 8 का होंदा, मैं होर ऐड करतियां मैं, तो वर्ड बनाऊँगा 16 या 32 का होर वड्डा होऊगा। तो सब तो छोटा किहड़ा हो गया भाई, बिट होगी सब तो छोटी, समॉलेस्ट यूनिट ऑफ स्टोरेज यूनिट, ठीक है। समॉलेस्ट यूनिट होएगा 0 ते 1, जिन्होंने कहते बाइनरी लैंग्वेज बिट कहते हैं। 0 एक बिट है, 1 एक बिट है, दोनों मिल के की बन गए, बिट्स बन गए, ठीक है भाई। अगला की कहता विच प्रोसैस चैक द इंश्योर द कंपोनेंट ऑफ द कंप्यूटर आर ऑपरेटिंग एंड कनैक्टेड प्रॉपरली। कहता भी वो प्रोसैस किहड़ा है जिहड़ा चैक करदा कंप्यूटर जो स्टार्ट होंदा उहदा ऑपरेटिंग सिस्टम सही है, विंडोज सही है, ਉਹਦੇ ਵਿੱਚ ਜਿਹੜੇ कीबोर्ड ਲੱਗਾ सही है भाई, माउस ਲੱਗਾ सही है, सब कुछ स्पीकर ਲੱਗੇ सही है। ਤੁਹਾਨੂੰ मैं ਦੱਸਿਆ ਹੋਇਆ ਕੀ ਹੁੰਦਾ, ਉਹਨੂੰ ਕੀ ਕਹਿੰਦੇ ਆ, ਬਾਇਓਸ ਸੈਟਿੰਗ ਕਹਿੰਦੇ ਆ ਨਾ, ਉਹਨੂੰ ਕੀ ਕਹਿੰਦੇ ਬਾਇਓਸ ਤਾਂ ਇੱਕ ਸੈਟਿੰਗ ਹੋ ਗਈਆਂ, ਲੇਕਿਨ ਜਿਹੜਾ ਪ੍ਰੋਸੈਸ ਚੱਲਦਾ ਉਹਨੂੰ ਕੀ ਕਹਿੰਦੇ ਆ ਭਾਈ, ਬਾਇਓਸ ਤੋਂ ਬੀ ਤੋਂ ਕਲੀਅਰ ਰੱਖਿਓ, ਉਹਨੂੰ ਕੀ ਕਹਿੰਦੇ ਆ, ਬੂਟਿੰਗ, ਠੀਕ ਹੈ ਭਾਈ। ਕੋਲਡ ਬੂਟਿੰਗ ਹੁੰਦੀ ਆ, ਵਾਰਮ ਬੂਟਿੰਗ ਹੁੰਦੀ ਆ, ਉਹ ਬਾਅਦ ਦੀਆਂ ਗੱਲਾਂ, ਸਿੰਪਲ ਬੂਟਿੰਗ ਕਹਿੰਦੇ ਆ। ਬਾਇਓਸ ਸੈਟਿੰਗ ਦੇ ਵਿੱਚ ਆਪਾਂ ਕੁਝ ਵੀ ਚੇਂਜ ਕਰ ਸਕਦੇ ਹਾਂ, ਜਿਹਨੂੰ ਸੀਮੋਸ ਸੈਟਿੰਗ ਕਹਿੰਦੇ ਆ। ਜਿਹੜਾ ਪ੍ਰੋਸੈਸ ਚੱਲਦਾ ਉਹਨੂੰ ਕੀ ਕਹਿੰਦੇ ਆ, ਬੂਟਿੰਗ, की कहते भाई, बूटिंग कहते, याद रखियो, बहुत इंपॉर्टेंट क्वेश्चन है, बहुत ही ज़्यादा। अगला हैगा भाई आ बहुत सौखा है, ये ना गलत करके आयो, कंप्यूटर आउटपुट विच इज डिस्पलेड ऑन द स्क्रीन। कहता कंप्यूटर की आउटपुट जी मान लो मोनीटर हो गया अपना, लैपटॉप की स्क्रीन हो गई, उत्थे डिस्पले हो रही है मैनू, जिवें मान लो 5+2 किया मैं 7 डिस्पले हो रही है एक आउटपुट। कहता विदाउट ए परमानेंट कॉपी, परमानेंट कॉपी किहड़ी हुंदी आ, हार्ड कॉपी, ठीक है, जी प्रिंटर के निकलती है, जिवें मान लो अपने हत्थ 'च कॉपी है, एक परमानेंट कॉपी है। तो कहता पर वो किहड़ी कॉपी है जी स्क्रीन पर दिखती है, उन्होंने की कहते भाई सॉफ्ट कॉपी। की कहते हैं सॉफ्ट कॉपी, जिन्होंने आप देख सकते हैं, फील कर सकते हैं, लेकिन टच कर सकते हैं, सॉरी उन्होंने आप हत्थ दे विच फड़ नहीं सकते, टच नहीं कर सकते, सिर्फ देख सकते हैं, फील कर सकते हैं, है ना। 7 मैं फड़ तो नहीं सकता हत्थ दे विच, सिर्फ देखा। जिन्होंने आप फड़ सकते हैं उन्होंने की कहते हैं हार्डवेयर, हार्ड कॉपी। तो यदा आंसर की आ जाऊगा भाई, सॉफ्ट कॉपी। की आऊगा, सॉफ्ट कॉपी जी आप सिर्फ देख सकते हैं डिस्पले स्क्रीन के उपर, ठीक है। नैक्सट है कि इन ए फाइल, कहता इन ए फाइल इज ट्रांसफर्ड फ्रॉम द अनदर कंप्यूटर टू यूर कंप्यूटर। की कहता मान लो कोई फाइल है, एक होर मतलब ए कंप्यूटर सीगा, एक कंप्यूटर सीगा बी कंप्यूटर की है, तुहाडा कंप्यूटर है। कहता उस कंप्यूटर तो फाइल तुहाडे कंप्यूटर के विच आ रही है। मान लो इत्थे कंप्यूटर के उपर एक फाइल सेव सीगी, उसका नाम सीगा Z, ਉਹਨੂੰ ਤੁਸੀਂ ਕੀ ਕਰ ਲਿਆ, ਆਪਦੇ ਕੰਪਿਊਟਰ 'ਚ ਲੈ ਕੇ ਆ ਗਏ। ਕਿਵੇਂ ਲੈ ਕੇ ਆਉਣੇ ਆ, ਡਾਊਨਲੋਡ ਕਰਦੇ ਆ ਜਾਂ ਅਪਲੋਡ ਕਰਦੇ ਆ, ਠੀਕ ਹੈ। ਦੋ ਤਰ੍ਹਾਂ ਦੀ ਹੁੰਦੀ ਚੀਜ਼ਾਂ, ਡਾਊਨਲੋਡ ਜਾਂ ਅਪਲੋਡ। ਤਾਂ ਆਪਾਂ ਕਿਸੇ ਚੀਜ਼, ਕੋਈ ਗਾਣੇ ਗੁਣੇ ਆਪਾਂ ਨੈੱਟ ਤੋਂ ਲੈ ਕੇ ਆਉਣੇ ਆਪਦੇ ਕੰਪਿਊਟਰ 'ਚ, ਕੀ ਕਰਦੇ ਆਪਾਂ, ਡਾਊਨਲੋਡ ਹੀ ਕਰਦੇ ਆ ਨਾ। ਤਾਂ ਉਹਨੂੰ ਕੀ ਕਹਿੰਦੇ ਭਾਈ, ਡਾਊਨਲੋਡ। ਕੋਈ ਹੋਰ ਕੋਈ ਚੀਜ਼ ਤੁਹਾਡੇ ਕੰਪਿਊਟਰ ਵਿੱਚ ਆ ਰਹੀ ਆ, ਉਹਨੂੰ ਡਾਊਨਲੋਡ ਕਹਿੰਦੇ ਆ। ਜੇ ਮੰਨ ਲਓ ਤੁਹਾਡੇ ਕੰਪਿਊਟਰ ਤੋਂ ਕਿਤੇ ਜਾ ਰਹੀ ਆ, ਉਹਨੂੰ ਕੀ ਕਹਿੰਦੇ ਆ, ਅਪਲੋਡ, ਠੀਕ ਹੈ ਭਾਈ। ਡਾਊਨਲੋਡ ਕੀ ਹੋਗੀ, ਤੁਹਾਡੇ ਕੰਪਿਊਟਰ ਦੇ ਵਿੱਚ ਕੋਈ ਚੀਜ਼ ਆਉਣੀ ਕਿਤੇ ਬਾਹਰੋਂ, ਉਹਨੂੰ ਡਾਊਨਲੋਡ ਕਹਿੰਦੇ ਆ। ਕੋਈ ਚੀਜ਼ ਤੁਹਾਡੇ ਕੰਪਿਊਟਰ ਤੋਂ ਬਾਹਰ ਜਾ ਰਹੀ ਉਹਨੂੰ ਕਹਿੰਦੇ ਅਪਲੋਡ। ਤਾਂ ਇਹਦਾ ਆਨਸਰ ਕੀ ਆ ਇੱਥੇ, ਡਾਊਨਲੋਡ, ਠੀਕ ਹੈ ਭਾਈ। ਓਕੇ, ਅਗਲਾ ਹੈਗਾ ਭਾਈ, ਦਾ ਡੈਸ਼ ਇਜ਼ ਰਿਸਪੋਂਸੀਬਲ ਫॉर ओवरऑल कंट्रोल एंड कोआर्डिनेशन ऑफ इंस्ट्रक्शनस एग्जीक्यूशन। ਹੁਣ ਕਹੀਂ ਇਹਦਾ ਪੰਜਾਬੀ 'ਚ ਮਤਲਬ ਕੀ ਹੈ, ਮੰਨ ਲਓ ਮੈਂ ਕੰਪਿਊਟਰ ਦੇ ਵਿੱਚ ਡਾਟਾ ਐਂਟਰ ਕੀਤਾ, ਮੈਂ ਕੀਤਾ ਜੀ 5+3, ਠੀਕ ਹੈ। ਜਦੋਂ ਮੈਂ 3 ਐਡ ਕਰਤਾ, ਇਹਦਾ ਆਨਸਰ ਆਉਣਾ ਚਾਹੀਦਾ ਮੇਰੇ ਕੋਲ 8। ਮੰਨ ਲਓ ਜੇ ਆਨਸਰ ਨਹੀਂ ਆ ਰਿਹਾ, ਕਿਤੇ ਨਾ ਕਿਤੇ ਗੜਬੜ ਹੈ, ਮੰਨ ਲਓ ਸਹੀ ਆंसर आ गया, तो सारा कुछ मतलब इंस्ट्रक्शन देती मैं कंप्यूटर ਨੂੰ। ਕੀ ਕੀਤਾ ਮੈਂ ਕੀਤਾ ਵੀ ਇੱਕ ਨੰਬਰ ਮੇਰਾ 5 ਹੈ, ਇੱਕ ਨੰਬਰ 3 ਹੈ, ਉਹਦੇ ਵਿੱਚ ਮੈਂ ਕਿਹਦਾ ਨਿਸ਼ਾਨ ਪਾ ਰਿਹਾ, ਪਲੱਸ ਦਾ। ਤਾਂ ਮੇਰੇ ਕੋਲ 8 ਆंसर ਆਉਣਾ ਚਾਹੀਦਾ ਹੈ। ਤਾਂ ਇੰਸਟਰਕਸ਼ਨ ਦੇਤੀ ਮੈਂ ਕੰਪਿਊਟਰ ਨੂੰ। ਇਹ ਕੰਮ ਕੌਣ ਸੰਭਾਲੂਗਾ ਸਾਰਾ ਭਾਈ, ਤੁਹਾਨੂੰ ਮੈਂ ਦੱਸਿਆ ਸੀਗਾ ਜਦੋਂ ਮੈਂ ਬਲੌਕ ਡਾਇਗਰਾਮ ਕੀਤੀ ਸੀ, ਪਹਿਲੀ ਵੀਡੀਓ ਆਪਣੀ ਆਈ ਸੀਗੀ। ਤਾਂ ਉਹਨੂੰ ਕਹਿੰਦੇ ਭਾਈ ਕੰਟਰੋਲ ਯੂਨਿਟ। ਤੇ ALU ਕੀ ਕਰਦਾ, ਅਰਥਮੈਟਿਕ ਲੌਜਿਕ ਯੂਨਿਟ ਕੀ ਕਰਦਾ, ਪਲੱਸ ਦਾ ਕੰਮ ALU ਕਰੂਗਾ। लेकिन जो सारा काम संभालना किने आ कि 5 वैल्यू आई है पहला, फिर प्लस आया, फिर 3 आया, फिर इन्हूं जोड़ना, है काम कौन करूगा, कंट्रोल यूनिट करूगा। भी इन्हूं जो आंसर आ गया मैमरी 'च सेव करना, स्टोरेज देनी है, सारा काम कौन करूगा, कंट्रोल यूनिट। इंस्ट्रक्शन ਨੂੰ ਸੰਭਾਲਣ ਦਾ, ਕੋਆਰਡੀਨੇਸ਼ਨ ਕਰਨ ਦਾ ਕੰਮ ਕੌਣ ਕਰਦਾ, ਕੰਟਰੋਲ ਯੂਨਿਟ। ਆ ਦੇਖੋ ਨਾਮ ਹੀ ਕਲੀਅਰ ਹੈ, ਕੰਟਰੋਲ ਕਰਦਾ, ਤਾਂ ਉਹ ਕੌਣ ਹੈ, ਕੰਟਰੋਲ ਯੂਨਿਟ। CU ਜਿਹਨੂੰ ਬੋਲਦੇ ਸ਼ਾਰਟ ਫਾਰਮ ਦੇ ਵਿੱਚ। ਅੱਗੇ ਹੈ ਭਾਈ ਵਿਚ ਇਜ਼, ਆ ਦੇਖੋ ਜੀ ਆਹ ਕੁਐਸਚਨ ਥੋੜਾ ਗਲਤ ਨਹੀਂ ਹੋਣਾ ਚਾਹੀਦਾ। ਇਹ ਕੁਐਸਚਨ ਜੇ ਥੋੜਾ ਗਲਤ ਹੋ ਗਿਆ ਹਿਸਾਬ ਲਾ ਲਓ, ਕਿਉਂਕਿ ਤੁਹਾਨੂੰ ਮੈਂ ਕਰਾਈ ਹੋਈ ਹੈ ਵੀਡੀਓ ਬਹੁਤ ਚੰਗੀ ਤਰ੍ਹਾਂ। ਕਹਿੰਦਾ ਵਿਚ ਆਫ ਦਾ ਫੋਲੋਇੰਗ ਮੈਮਰੀ ਕੈਨ ਬੀ ਅਰੇਜ਼ਡ ਯੂਜ਼ਿੰਗ ਏ ਅਲਟਰਾਵਾਇਲਟ ਰੇਜ਼।
ਠੀਕ ਹੈ। ਦੋ ਤਰ੍ਹਾਂ ਦੀ ਰੇਜ਼ ਹੁੰਦੀਆਂ, ਇੱਕ ਤਾਂ ਅਲਟਰਾਵਾਇਲਟ ਰੇਜ਼ ਨਾਲ ਆਪਾਂ ਰੇਜ਼ ਕਰ ਸਕਦੇ ਹਾਂ, ਇੱਕ ਆਪਾਂ ਇਲੈਕਟ੍ਰੀਕਲ ਸ਼ੌਕ ਦੇ ਦਿੰਦੇ ਹਾਂ। ਹੁਣ ਰੈਮ ਕੀ ਹੋ ਗਿਆ, ਰੈਂਡਮ ਐਕਸੈਸ ਮੈਮਰੀ, ਇਹ ਤਾਂ ਆਪਣੇ ਆਪ ਹੀ ਹੋ ਜਾਂਦਾ ਹੈ ਨਾ, ਇਹ ਤਾਂ ਆ ਨਹੀਂ ਸਕਦਾ। ਰੋਮ ਕੀ ਹੁੰਦਾ, ਪਰਮਾਨੈਂਟ, ਤੇ ਇਹ ਤਾਂ ਰੇਜ਼ ਹੁੰਦਾ ਹੀ ਨਹੀਂਗਾ, ਤਾਂ ਇਹ ਵੀ ਆਪਸ਼ਨ ਕੱਟ ਹੋ ਗਈ, ਇਹ ਵੀ ਆਪਸ਼ਨ ਕੱਟ ਹੋ ਗਈ। ਹੁਣ ਤਿੰਨ ਰਹਿ ਗਏ ਆਪਣੇ ਕੋਲੇ। ਇਹ ਹੋ ਗਿਆ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਇਹ ਵੀ ਤੁਹਾਨੂੰ ਪਤਾ ਡਿਲੀਟ ਨਹੀਂ ਹੋ ਸਕਦੀ। ਇਹ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਆ ਉਹੀ ਆਨਸਰ ਦੇ ਸਕਦੇ ਆ। ਹੁਣ ਕਨਫਿਊਜ਼ਨ ਹੋ ਗਈ ਦੋਵਾਂ ਦੇ ਵਿੱਚੋਂ, ਦੋਵਾਂ ਨੂੰ ਆਪਾਂ ਰੇਜ਼ ਕਰ ਸਕਦੇ ਹਾਂ, ਪਰ ਇਹਦਾ ਨਾਮ ਜਿਹਨੂੰ ਇਹਦੀ ਫੁੱਲ ਫਾਰਮ ਆਉਂਦੀ, ਜਿਹਨੇ ਮੇਰੀ ਵੀਡੀਓ ਦੇਖੀ ਆ ਉਹ ਇਹ ਵੀ ਆਪਸ਼ਨ ਕੱਟ ਕਰ ਦੂਗਾ। ਕਿਉਂ ਕਰ ਦੂਗਾ, ਕਿਉਂਕਿ ਡਬਲ ਈ ਦਾ ਮਤਲਬ ਕਿ ਇੱਥੇ ਇਲੈਕਟ੍ਰੀਕਲੀ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਤਾਂ ਇਹਨੇ ਇਲੈਕਟ੍ਰੀਕਲ ਤਾਂ ਪੁੱਛਿਆ ਨਹੀਂ, ਇਹਨੇ ਕੀ ਪੁੱਛਿਆ, ਅਲਟਰਾਵਾਇਲਟ। ਤਾਂ ਇੱਕ ਹੀ ਆਪਸ਼ਨ ਬਚੀ ਹੈ, ਉਹ ਕਿਹੜੀ ਹੈਗੀ ਆ, ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਆਪਾਂ ਅਲਟਰਾਵਾਇਲਟ ਰੇਜ਼ ਮਾਰਦੇ ਹਾਂ ਅਤੇ ਉਹਦਾ ਡਾਟਾ ਇੱਕ ਵਾਰੀ ਡਿਲੀਟ ਕਰ ਸਕਦੇ ਹਾਂ ਭਰਨ ਵਾਸਤੇ ਦੁਬਾਰਾ। ਤਾਂ ਦੇਖੋ ਜਿਹਨੇ ਵੀਡੀਓ ਦੇਖੀ ਹੈ, ਦੇਖੋ ਸਟੈਪ ਬਾਏ ਸਟੈਪ ਹੀ ਆਊਗੀ ਹਰੇਕ ਚੀਜ਼। ਜੇ ਤੁਸੀਂ ਕਹੋਗੇ ਅੱਜ ਮੈਨੂੰ ਆਹ ਟੌਪਿਕ ਕਰਾ ਦਿਓ, ਅੱਜ ਮੈਨੂੰ ਆਹ ਟੌਪਿਕ ਕਰਾ ਦਿਓ, ਨਹੀਂ ਭਾਈ। ਹੁਣ ਜੇ ਆਪਾਂ ਥੱਲੇ ਕੋਈ ਬਿਲਡਿੰਗ ਖੜੀ ਕਰਨੀ ਹੈ, ਨੀਹਾਂ ਭਰਾਂਗੇ ਤਾਂ ਹੀ ਬਿਲਡਿੰਗ ਖੜੀ ਹੋਊਗੀ। ਜੇ ਆਪਾਂ ਸਿੱਧੀ ਬਿਲਡਿੰਗ ਖੜੀ ਕਰ ਦਾਂਗੇ, ਅੱਜ ਤਾਂ ਖੜੀ ਹੋ ਜੂਗੀ, ਕੱਲ੍ਹ ਨੂੰ ਕੀ ਵਾਰ ਧਰਮ ਕਰਕੇ ਡਿੱਗ ਪਵੇ ਥੱਲੇ, ਹੈ ਨਾ, ਉਹਦਾ ਕੀ ਫਾਇਦਾ ਫਿਰ। ਅੱਜ ਬਿਲਡਿੰਗ ਇੱਕ ਦਿਨ ਵਾਸਤੇ ਖੜ ਗਈ, ਅਗਲੇ ਦਿਨ ਜਮਾਂ ਥੱਲੇ ਆ ਗਈ। ਨਹੀਂ, ਆਪਾਂ ਹੌਲੀ ਹੌਲੀ ਸਟੈਪ ਚੜ੍ਹਨਾ, ਅਤੇ ਆਪਾਂ 0 ਤੋਂ ਲੈ ਕੇ ਕਿੱਥੇ ਚੜ੍ਹਨਾ ਹੈ, 100 ਤੱਕ। ਠੀਕ ਹੈ, 0 ਟੂ ਹੀਰੋ ਲੈਵਲ। ਠੀਕ ਹੈ ਜੀ, ਅਤੇ ਜੁੜੇ ਰਹੋ ਚੈਨਲ ਨਾਲ ਭਾਈ, ਕਿਰਪਾ ਕਰਕੇ ਤੁਹਾਡੇ ਵਾਸਤੇ ਸਭ ਕੁਝ ਲੈ ਕੇ ਆਇਆ ਹਾਂ ਮੈਂ। ਆਹ ਕੁਐਸਚਨ ਦੇਖੋ। ਠੀਕ ਹੈ, ਨੈਕਸਟ ਕੁਐਸਚਨ ਕੀ ਕਹਿੰਦਾ, ਇਨ ਐਕਸਲ ਕਮੈਂਟਸ ਕੈਨ ਬੀ ਐਡਿਡ ਟੂ ਦਾ ਸੈੱਲ। ਹੁਣ ਕਮੈਂਟਸ ਕੀ ਹੁੰਦੇ ਆ, ਕਮੈਂਟਸ ਹੁੰਦੀਆਂ ਐਕਸਟਰਾ ਇਨਫੋਰਮੇਸ਼ਨ। ਮੰਨ ਲਓ ਮੈਂ ਇੱਥੇ ਇੱਕ ਫਾਰਮੂਲਾ ਲਗਾਇਆ 5 + ਚਲੋ 2 ਲਾ ਦਿੰਦੇ ਹਾਂ। ਮੈਂ ਕੀ ਕਰ ਰਿਹਾ, ਇੱਥੇ ਐਡੀਸ਼ਨ ਕਰ ਰਿਹਾ। ਮੈਂ ਜਿਹੜੇ ਬੰਦੇ ਨੇ ਮੇਰਾ ਪ੍ਰੋਗਰਾਮ ਜਾਂ ਜਿਹੜੀ ਚੀਜ਼ ਮੈਂ ਬਣਾਈ ਆ ਕਿਸੇ ਬੰਦੇ ਨੇ ਦੇਖਣੀ ਆ, ਉਹਨਾਂ ਨੂੰ ਪਤਾ ਇੱਥੇ ਕੀ ਹੋ ਰਿਹਾ, ਤਾਂ ਮੈਂ ਇੱਥੇ ਕੀ ਕਰਾਂਗਾ, ਇੱਕ ਐਕਸਟਰਾ ਕਮੈਂਟ ਦੇ ਦਾਂਗਾ। ਕਿਉਂਕਿ ਇੱਥੇ ਇੱਕ ਕਮੈਂਟ ਦੇ ਦਾਂਗਾ, ਕੀ ਲਿਖ ਦਾਂਗਾ, ਇੱਕ ਮੈਸੇਜ ਡਿਸਪਲੇ ਕਰ ਦਾਂਗਾ ਕਿ ਹੇਅਰ ਆਈ ਐਮ ਐਡ ਦਾ 2 ਨੰਬਰਸ 5 + 2। ਕੀ ਹੋ ਗਿਆ, ਐਕਸਟਰਾ ਇਨਫੋਰਮੇਸ਼ਨ ਦੇਤੀ, ਉਹਨੂੰ ਬੋਲਦੇ ਆ ਕਮੈਂਟ। ਠੀਕ ਹੈ, ਤਾਂ ਕਹਿੰਦਾ ਐਕਸਲ ਦੇ ਵਿੱਚ ਕਮੈਂਟ ਕਿੱਦਾਂ ਐਡ ਕਰ ਸਕਦੇ ਆ ਭਾਈ। ਇਹ ਹੁਣ ਜਦੋਂ ਮੈਂ ਐਕਸਲ ਤੁਹਾਨੂੰ ਕਰਾਊਂਗਾ, ਸਾਰਾ ਕੁਝ ਕਰਾਊਂਗਾ, ਵਰਡ, ਐਕਸਲ, ਪਾਵਰ ਪੁਆਇੰਟ, ਤਾਂ ਕੱਲੀ ਆਪਸ਼ਨ ਪੜਾਊਂਗਾ। ਇਹਦਾ ਆਨਸਰ ਹੈਗਾ ਭਾਈ ਇਨਸਰਟ। ਦੇਖੋ ਜਦੋਂ ਵੀ ਕੋਈ ਚੀਜ਼ ਐਡ ਕਰਨੀ ਹੁੰਦੀ ਨਾ, ਇਨਸਰਟ ਕਰਨੀ ਆਪਾਂ, ਦੇਖੋ ਨਾਮ ਤੋਂ ਕਲੀਅਰ, ਇਨਸਰਟ ਕਰ ਰਹੇ ਹਾਂ ਨਾ, ਤਾਂ ਮੋਸਟਲੀ ਉਹਦਾ ਆਨਸਰ, ਕੁਐਸਚਨ ਦਾ ਆਨਸਰ, ਮਤਲਬ ਆਨਸਰ ਕੁਐਸਚਨ ਦੇ ਵਿੱਚ ਹੀ ਪਿਆ ਹੁੰਦਾ ਹੈ। ਆਪਾਂ ਐਡ ਦਾ ਦੂਸਰਾ ਨਾਮ ਕੀ ਹੁੰਦਾ, ਇਨਸਰਟ। ਤਾਂ ਇਨਸਰਟ ਦੇ ਵਿੱਚ ਜਾ ਕੇ, ਕਮੈਂਟ ਦੇ ਵਿੱਚ ਜਾ ਕੇ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਐਡ ਕਰ ਸਕਦੇ ਹਾਂ। ਵਿਊ ਤਾਂ ਹੁੰਦਾ ਆਪਾਂ ਕੋਈ ਚੀਜ਼ ਦੇਖਣੀ, ਫਾਈਲ ਮਤਲਬ ਫਾਈਲ ਬਾਰੇ ਹੁੰਦਾ, ਐਡਿਟ ਦਾ ਮਤਲਬ ਹੁੰਦਾ ਕੋਈ ਚੀਜ਼ ਆਪਾਂ ਐਡੀਟਿੰਗ ਕਰਨੀ, ਹੈ ਨਾ। ਤਾਂ ਇਨਸਰਟ ਕਿੱਥੇ ਆਊਗਾ, ਕਮੈਂਟ ਕਿੱਥੇ ਇਨਸਰਟ ਹੋਊਗਾ, ਇਨਸਰਟ ਆਪਸ਼ਨ ਦੇ ਵਿੱਚ ਜਾ ਕੇ। ਠੀਕ ਹੈ, ਅੱਗੇ ਆ ਗਿਆ ਭਾਈ, ਆਹ ਕਹਿੰਦਾ ਵਟ ਆਰ .pptx .doc ਐਂਡ .jpeg। ਕਹਿੰਦਾ ਇਹ ਕੀ ਚੀਜ਼ਾਂ ਹੁੰਦੀਆਂ। ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਕੰਪਿਊਟਰ ਦੇ ਵਿੱਚ ਹਰ ਇੱਕ ਵੱਖਰੇ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਆ। ਹੁਣ ਹਰ ਇੱਕ ਸੌਫਟਵੇਅਰ ਦੀ ਆਪਦੀ ਫਾਈਲ ਹੁੰਦੀ ਹੈ। ਮੰਨ ਲਓ ਵਰਡ ਦੀ ਫਾਈਲ ਹੁੰਦੀ ਹੈ .docx। ਅੱਜ ਕੱਲ੍ਹ ਜਿਹੜੇ 7 ਆ ਰਿਹਾ X ਆ, 3 ਦੀ .doc ਹੁੰਦਾ ਸੀ। doc ਦਾ ਮਤਲਬ ਕੀ ਹੁੰਦਾ, ਡਾਕੂਮੈਂਟ। ਤਾਂ ਡਾਕੂਮੈਂਟ ਤੋਂ ਕੀ ਪਤਾ ਚੱਲ ਜੂਗਾ ਕਿ .docx ਤੋਂ ਕੀ ਪਤਾ ਚੱਲ ਜੂਗਾ ਕਿ ਇਹ ਵਰਡ ਦੀ ਫਾਈਲ ਹੈ। .pptx ਤੋਂ ਕੀ ਪਤਾ ਚੱਲ ਜੂਗਾ ਇਹ ਪਾਵਰ ਪੁਆਇੰਟ ਦੀ ਫਾਈਲ ਹੈ। .jpeg ਤੋਂ ਕੀ ਪਤਾ ਚੱਲ ਜੂਗਾ ਇਹ ਇੱਕ ਫੋਟੋ ਹੈ। ਤਾਂ ਇਹਦਾ ਇਹ ਕੀ ਹੁੰਦੀ ਹੈ ਭਾਈ, ਇਹ ਐਕਸਟੈਂਸ਼ਨ ਹੁੰਦੀ ਹੈ। ਕੀ ਬੋਲਦੇ ਇਹਨੂੰ, ਐਕਸਟੈਂਸ਼ਨ ਬੋਲਦੇ ਆ। ਠੀਕ ਹੈ, ਇੱਥੋਂ ਪਤਾ ਚੱਲ ਜਾਂਦਾ ਕਿ ਇਹ ਜਿਹੜਾ ਡਾਕੂਮੈਂਟ ਹੈ ਕਿਹੜੇ ਸੌਫਟਵੇਅਰ ਦਾ ਹੈ। ਠੀਕ ਹੈ, ਜਿਵੇਂ ਪੇਂਟ ਦਾ ਕੀ ਹੁੰਦਾ, .png ਹੁੰਦਾ ਹੈ। ਠੀਕ ਹੈ, ਇਹ ਐਕਸਟੈਂਸ਼ਨ ਵੀ ਕਈ ਵਾਰ ਪੁੱਛ ਲੈਂਦੇ ਡਾਇਰੈਕਟ ਕਿ ਵਰਡ ਦੀ ਐਕਸਟੈਂਸ਼ਨ ਕੀ ਹੁੰਦੀ ਹੈ ਭਾਈ। ਐਕਸਲ ਦੀ ਕੀ ਹੁੰਦੀ ਹੈ, ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ, ਮੈਂ ਜਾਣ ਕੇ ਨਹੀਂ ਦੱਸੀ, ਬਹੁਤ ਇੰਪੋਰਟੈਂਟ ਹੈ ਐਕਸਲ ਦੀ। ਐਕਸਲ ਦੀ ਐਕਸਟੈਂਸ਼ਨ ਕੀ ਹੁੰਦੀ ਹੈ, ਜਿਵੇਂ ਵਰਡ ਦੀ .docx ਹੈ, ਪਾਵਰ ਪੁਆਇੰਟ ਦੀ .pptx ਹੈ, ਤਾਂ ਐਕਸਲ ਦੀ ਕੀ ਹੈ, ਇਹ ਵੀ ਕਮੈਂਟ ਬਾਕਸ ਦੱਸਿਓ ਮੈਨੂੰ। ਠੀਕ ਹੈ ਜੀ, ਅੱਗੇ ਦੇਖਦੇ ਹਾਂ। ਆਲ ਦਾ ਡਿਲੀਟਡ ਫਾਈਲਸ ਗੋ ਟੂ, ਇਹ ਕੁਐਸਚਨ ਰਿਪੀਟ ਹੋ ਗਿਆ ਲੇਕਿਨ ਸਿੰਪਲ ਆਇਆ ਹੋਇਆ। ਕਿੱਥੇ ਆਉਂਦੀ, ਤੁਹਾਨੂੰ ਪਤਾ ਹੀ ਹੈ, ਜਿਹੜੀ ਡਿਲੀਟ ਹੋ ਜਾਂਦੀ ਹੈ ਫਾਈਲ ਕਿੱਥੇ ਆਉਂਦੀਆਂ, ਰੀਸਾਈਕਲਿੰਗ ਬਿਨ ਦੇ ਵਿੱਚ ਜਾਂਦੀਆਂ। ਠੀਕ ਹੈ, ਵਟ ਇਜ਼ ਦਾ ਪਰਮਾਨੈਂਟ ਮੈਮਰੀ ਬਿਲਟ ਇਨਟੂ ਯੂਅਰ ਕੰਪਿਊਟਰ। ਹੁਣ ਮੈਂ ਤੁਸੀਂ ਦੱਸੋ ਮੈਨੂੰ, ਪਰਮਾਨੈਂਟ ਮੈਮਰੀ ਕਿਹੜੀ ਹੁੰਦੀ ਆ, ਰੈਮ। ਨਹੀਂ ਭਾਈ, ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਹੈ ਉਹਨਾਂ ਨੂੰ ਪਤਾ ਹੈ ਰੈਮ ਪਰਮਾਨੈਂਟ ਨਹੀਂ ਹੁੰਦਾ ਗਾ, ਵੋਲੇਟਾਈਲ ਹੁੰਦਾ। ਫਲੋਪੀ ਵੀ ਪਰਮਾਨੈਂਟ ਨਹੀਂ ਹੁੰਦੀਗੀ। CPU ਤਾਂ ਵੱਖਰਾ ਹੀ ਕੰਮ ਕਰਦਾ। ਤਾਂ ਕੀ ਹੁੰਦਾ, ਰੋਮ, ਇਹਨੂੰ ਕੀ ਬੋਲਦੇ ਆ, ਰੀਡ ਓਨਲੀ ਮੈਮਰੀ। ਰੀਡ ਓਨਲੀ ਮੈਮਰੀ ਕੀ ਹੁੰਦੀ ਆ, ਜਿਹਨੂੰ ਆਪਾਂ ਸਿਰਫ ਰੀਡ ਕਰ ਸਕਦੇ ਹਾਂ, ਚੇਂਜ ਨਹੀਂ ਕਰ ਸਕਦੇ, ਤਾਂ ਉਹ ਕੀ ਹੋਗੀ, ਪਰਮਾਨੈਂਟ ਹੋ ਗਈ ਭਾਈ। ਜਿਵੇਂ ਤੁਹਾਡੀ ਕੋਈ ਬੁੱਕ ਹੈ, ਉਹਨੂੰ ਆਪਾਂ ਰੀਡ ਕਰ ਸਕਦੇ ਹਾਂ, ਡਿਲੀਟ ਨਹੀਂ ਕਰ ਸਕਦੇ, ਐਡਿਟ ਨਹੀਂ ਕਰ ਸਕਦੇ। ਆਹ ਕੁਐਸਚਨ ਤਾਂ ਤੁਸੀਂ ਰੱਟ ਲਓ। ਇਹ ਕੀ ਹੈ, ਟੈਕਨੀਕਲ ਕੁਐਸਚਨ ਆ। ਕੀ ਆ, ਕਹਿੰਦਾ ਐਨ ਐਰਰ ਇਨ ਏ ਕੰਪਿਊਟਰ ਪ੍ਰੋਗਰਾਮ ਲੈਂਗੁਏਜ ਦੇ ਵਿੱਚ ਐਰਰ ਨੂੰ ਕੀ ਕਹਿੰਦੇ ਆ। ਠੀਕ ਹੈ, ਤਾਂ ਕੰਪਿਊਟਰ ਦੇ ਵਿੱਚ ਪ੍ਰੋਗਰਾਮ ਐਰਰ ਨੂੰ ਕੀ ਕਹਿੰਦੇ ਆ, ਵਾਇਰਸ ਨਹੀਂ ਕਹਿੰਦੇ ਭਾਈ, ਵਾਇਰਸ ਅਲੱਗ ਚੀਜ਼ ਆ, ਇਹਨੂੰ ਕਹਿੰਦੇ ਬੱਗ ਇਜ਼ ਦਾ ਅਨਦਰ ਨੇਮ ਆਫ ਐਰਰ। ਐਂ ਸਮਝ ਲਓ ਵੀ ਐਰਰ ਦਾ ਸਿਨੋਨੀਅਮ ਕੀ ਆ, ਬੱਗ ਕੀ ਆ, ਇੱਕ ਤਰ੍ਹਾਂ ਦੀ ਐਰਰ ਹੁੰਦੀ ਆ। ਕਿਹਦੇ ਲੈਂਗੁਏਜ ਦੇ ਵਿੱਚ, ਕੰਪਿਊਟਰ ਦੀ ਲੈਂਗੁਏਜ ਵਿੱਚ, ਪ੍ਰੋਗਰਾਮ ਦੇ ਵਿੱਚ ਕੋਈ ਵੀ ਐਰਰ ਆ ਜਾਂਦੀ ਆ, ਉਹਨੂੰ ਕਹਿੰਦੇ ਆ ਬੱਗ ਕਹਿੰਦੇ ਆ। ਠੀਕ ਹੈ ਜੀ, ਆਹ ਕੁਐਸਚਨ ਵੀ ਬਹੁਤ ਵਾਰੀ ਆਇਆ। ਕਹਿੰਦਾ ਦਾ 4 ਮੇਨ ਫੰਕਸ਼ਨ ਆਫ ਕੰਪਿਊਟਰ ਕੀ ਹੈ, ਕੰਪਿਊਟਰ 4 ਕਿਹੜੇ ਕੰਮ ਕਰਦਾ ਹੈ। ਠੀਕ ਹੈ, ਆਹ ਦੇਖੋ, ਲਰਨਿੰਗ, ਥਿੰਕਿੰਗ, ਇੰਟੈਲੀਜੈਂਸ, ਇਹ ਤਾਂ ਹੈ ਹੀ ਨਹੀਂ ਆ। ਠੀਕ ਹੈ, ਇੰਟੈਲੀਜੈਂਸ ਤਾਂ ਹੈ ਹੀ ਨਹੀਂ, ਕਿਉਂਕਿ ਹੁਣ ਤਾਂ ਬੰਦੇ ਨੇ ਬਣਾਇਆ,
ठीक है। इंटैलीजेंट तो सिर्फ इस दुनिया के सब तो ज़्यादा इंटैलीजेंट तो बंदा ही है, ठीक है, बंदा सब तो ज़्यादा इंटैलीजेंट है, उस तो उपर तो चलो बाबा जी हैगे है, पर दुनिया के उपर कौन इंटैलीजेंट सब तो ज़्यादा? बंदा है, तो कंप्यूटर तो हो ही नहीं सकता। डाटा इनफॉर्मेशन बिट्स एंड बाइट्स, ये तो मैमरी की गल कर लग गया। हार्डवेयर सॉफ्टवेयर मॉडलिंग, ये भी गल कर लग गया, गलत है। ਹੁਣ देखो कंप्यूटर मेन 4 फंक्शन होंगे, आप कंप्यूटर ਨੂੰ ਕੀ ਦਿੰਦੇ, ਪਹਿਲਾਂ इनपुट ਦਿੰਦੇ ਆ, ਫਿਰ ਉਹ ਕੀ ਕਰਦਾ ਪ੍ਰੋਸੈਸਿੰਗ ਕਰਦਾ, ਫਿਰ ਕੀ ਕਰਦਾ ਆਊਟਪੁੱਟ ਕਰਦਾ, ਫਿਰ ਕੀ ਕਰਦਾ ਸਟੋਰੇਜ ਕਰਦਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਸਮਝਾਉਣਾ ਇਹਦੀ। ਮੰਨ ਲਓ ਮੈਂ ਕੰਪਿਊਟਰ ਨੂੰ ਇਨਪੁਟ ਦਿੱਤੀ 5+2 ਇਨਪੁਟ ਦੇਤੀ, ਉਹ ਕੀ ਕਰੂਗਾ ਪ੍ਰੋਸੈਸਿੰਗ ਦਾ ਮਤਲਬ ਕੀ ਹੈ ਕਿ ਹੁਣ ਇਹਨੂੰ ਕੀ ਕਰੂਗਾ ਪ੍ਰੋਸੈਸ ਕਰੂਗਾ। 5+2 ਜਦੋਂ ਪ੍ਰੋਸੈਸਿੰਗ ਕਰੂਗਾ ਕੀ ਆ ਜੂਗੀ ਆਪਣੇ ਕੋਲ 7 ਆਊਟਪੁੱਟ ਆ ਜੂਗੀ। ਜਦੋਂ ਆਊਟਪੁੱਟ ਆ ਗਈ ਉਹ ਕਿਤੇ ਨਾ ਕਿਤੇ ਆ ਕੇ ਸੇਵ ਹੋਊਗੀ, ਤਾਂ ਉਹਨੂੰ ਕੀ ਦੇਊਗਾ ਸਟੋਰੇਜ ਦੇਊਗਾ। ਤਾਂ 4 ਕੰਮ ਕਿਹੜੇ ਕਰਦਾ ਭਾਈ? ਇਨਪੁੱਟ, ਪ੍ਰੋਸੈਸਿੰਗ, ਆਊਟਪੁੱਟ ਤੇ ਸਟੋਰੇਜ। ਮੋਸਟ ਇੰਪੋਰਟੈਂਟ ਕੁਐਸਚਨ ਅਗਰ ਵਾਰ ਅਟੈਂਡੈਂਟ ਦਾ ਕੁਐਸਚਨ ਆਇਆ ਤਾਂ ਸਿੰਪਲ ਕੁਐਸਚਨ ਹੈ, ਇਹ ਆ ਸਕਦਾ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਆਲਸੋ ਨੋਨ ਐਜ਼ ਬ੍ਰੇਨ ਆਫ ਦਾ ਕੰਪਿਊਟਰ, ਇਹ ਵੀ ਮੈਂ ਕਰਾਇਆ ਹੋਇਆ, ਸਭ ਨੂੰ ਪਤਾ। CPU ਸੈਂਟਰਲ ਪ੍ਰੋਸੈਸਿੰਗ ਯੂਨਿਟ ਇਜ਼ ਦਾ ਬ੍ਰੇਨ ਆਫ ਦਾ ਕੰਪਿਊਟਰ। ਹੁਣ ਇੱਕ ਕੁਐਸਚਨ ਤੁਸੀਂ ਕਮੈਂਟ ਬਾਕਸ 'ਤੇ ਦੱਸਣਾ ਹੈ, ਨੋਟ ਕਰੀ ਜਾਓ ਅੱਜ ਕਮੈਂਟ ਬਾਕਸ। ਜਿਹੜੇ ਬੰਦਾ ਮੇਰੀ ਵੀਡੀਓ ਦੇਖਦਾ ਭਾਈ ਲਾਈਕ ਨਹੀਂ ਕਰਦਾ ਕੋਈ ਚੱਕਰ ਨਹੀਂ, ਉਹਦੀ ਮਰਜ਼ੀ ਆ, ਚਲੋ ਨਹੀਂ ਚੰਗੀ ਲੱਗਦੀ ਨਾ ਲਾਈਕ ਕਰੇ, ਠੀਕ ਹੈ, ਪਰ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਦੇ ਕੇ ਜਾਵੇ। ਤੁਹਾਡਾ ਲੈਵਲ ਪਤਾ ਚੱਲ ਜੂਗਾ ਮੈਨੂੰ, ਤੁਸੀਂ ਕਿੱਥੇ ਕੁ ਖੜੇ ਹੋ, ਠੀਕ ਹੈ। ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗ ਜੂਗਾ, ਮੈਨੂੰ ਵੀ ਪਤਾ ਚੱਲ ਜੂਗਾ, ਠੀਕ ਹੈ। ਤਾਂ ਇਹ ਸੈਂਟਰਲ ਪ੍ਰੋਸੈਸਿੰਗ ਯੂਨਿਟ ਆ। ਤੇ ਹੁਣ ਵਾਟ ਇਜ਼ ਦਾ ਹਾਰਟ ਆਫ ਕੰਪਿਊਟਰ, ਇਹ ਮੈਨੂੰ ਦੱਸ ਕੇ ਜਾਣਾ ਤੁਸੀਂ। ਬ੍ਰੇਨ ਮੈਂ ਦੱਸਤਾ, ਦਿਮਾਗ, ਹਾਰਟ ਕੀ ਹੁੰਦਾ ਕੰਪਿਊਟਰ ਦਾ, ਇਹ ਤੁਸੀਂ ਦੱਸਣਾ ਮੈਨੂੰ, ਠੀਕ ਹੈ। ਅੱਗੇ ਆ ਭਾਈ, ਵਟ ਟਾਈਪਸ ਆਫ ਦਾ ਕੰਪਿਊਟਰ ਚਿਪਸ ਆਰ ਸੈਟ ਟੂ ਬੀ ਵੋਲੇਟਾਈਲ। ਵੋਲੇਟਾਈਲ ਦੇਖੋ, ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਹੈ ਉਹਨਾਂ ਨੂੰ ਨਹੀਂ ਪਤਾ ਹੋਊਗਾ ਵੋਲੇਟਾਈਲ ਕੀ ਹੁੰਦਾ। ਵੋਲੇਟਾਈਲ ਹੁੰਦਾ ਜਿਹੜੀ ਚੀਜ਼ ਡਿਲੀਟ ਹੋ ਜਾਂਦੀ ਹੈ, ਠੀਕ ਹੈ। ਤਾਂ ਭਾਈ ਜਿਹੜੀ ਚੀਜ਼ ਡਿਲੀਟ ਹੋ ਜਾਂਦੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿਹੜੀਆਂ ਹੁੰਦੀਆਂ, ਉਹ ਰੈਮ ਹੁੰਦੀਆਂ। ਕਿਹੜੀ ਚਿਪ ਹੁੰਦੀ ਹੈ? ਰੈਮ ਚਿਪ ਹੁੰਦੀ ਹੈ, ਠੀਕ ਹੈ ਜੀ, ਓਕੇ। ਨੈਕਸਟ ਕੁਐਸਚਨ ਦੇਖੋ, ਡੈਸ਼ ਇਜ਼ ਦੇ ਹਾਈ ਸਪੀਡ ਮੈਮਰੀ ਦੈਟ ਕੈਨ ਬੀ ਯੂਜ਼ਡ ਇਨ ਬਿਟਵੀਨ CPU ਐਂਡ ਮੇਨ ਮੈਮਰੀ। ਰੈਮ ਤੇ CPU ਦੇ ਵਿਚਕਾਰ ਇੱਕ ਮੈਮਰੀ ਹੁੰਦੀ ਆ। ਦੇਖੋ ਇਹ ਮੈਮਰੀ ਦੇ ਟੌਪਿਕ 'ਚ ਇੱਕ ਚੀਜ਼ ਆਪਣੀ ਕੁਦਰਤੀ ਰਹਿ ਗਈ, ਤਾਂ ਛੱਡੀ ਤਾਂ ਸੀ ਮੈਂ, ਇਹ ਹਾਈ ਲੈਵਲ ਦੀ ਆ, ਮੈਂ ਕਰਾਊਂਗਾ ਕਿਸ ਦਿਨ, ਬਹੁਤ ਇੰਪੋਰਟੈਂਟ ਹੈ। ਰਜਿਸਟਰ ਮੈਮਰੀ ਕਿਹੜੀ ਹੁੰਦੀ ਆ, ਬਫਰ ਮੈਮਰੀ ਕਿਹੜੀ ਹੁੰਦੀ ਆ, ਕੈਸ਼ੇ ਮੈਮਰੀ ਕਿਹੜੀ ਹੁੰਦੀ ਆ, ਤੁਹਾਨੂੰ ਮੈਂ ਨੌਲੇਜ ਵਾਸਤੇ ਦੱਸ ਦਿੰਦਾ। ਸਭ ਤੋਂ ਜ਼ਿਆਦਾ ਫਾਸਟ ਹੁੰਦੀ ਹੈ ਕੈਸ਼ੇ ਮੈਮਰੀ। ਕੈਸ਼ੇ ਮੈਮਰੀ ਹੁੰਦੀ ਹੈ ਬਹੁਤ ਘੱਟ ਮੈਮਰੀ ਔਰ ਬਹੁਤ ਫਾਸਟ ਹੁੰਦੀ ਆ, ਥੋੜ੍ਹੇ ਸਮੇਂ ਵਾਸਤੇ ਕੀ ਕਰਦੀ, ਡਾਟਾ ਸਟੋਰ ਕਰਦੀ ਹੈ ਟੈਂਪਰੇਰੀ। ਤਾਂ ਕੈਸ਼ੇ ਮੈਮਰੀ, ਇਹ ਕੁਐਸਚਨ ਬਹੁਤ ਵਾਰ ਰਿਪੀਟ ਹੁੰਦਾ, ਸਭ ਤੋਂ ਫਾਸਟੈਸਟ ਮੈਮਰੀ ਕਿਹੜੀ ਆ? ਕੈਸ਼ੇ ਮੈਮਰੀ, ਠੀਕ ਹੈ। ਇਹ ਆਪਸ਼ਨ ਦੇ ਵਿੱਚ ਰਜਿਸਟਰ ਹੁੰਦਾ ਤਾਂ ਰਜਿਸਟਰ ਸਭ ਤੋਂ ਫਾਸਟੈਸਟ ਹੈ, ਪਰ ਇੱਥੇ ਆਪਸ਼ਨ ਦੇ ਵਿੱਚ ਕੀ ਸੀਗਾ, ਰਜਿਸਟਰ ਹੈ ਨਹੀਂ ਸੀਗਾ, ਤਾਂ ਕੈਸ਼ੇ ਮੈਮਰੀ ਫਾਸਟ ਹੋ ਗਈ, ਠੀਕ ਹੈ। ਆਹ ਦੱਸੋ ਭਾਈ, ਕਹਿੰਦਾ ਬਾਰ ਇਜ਼ ਲੋਕੇਟਿਡ ਐਟ ਟੌਪ ਆਫ ਦਾ ਵਰਡਪੈਡ, ਨੋਟਪੈਡ, MS ਵਰਡ। ਕਹਿੰਦਾ ਇਹਦਾ ਮਤਲਬ ਕੀ, ਜਦੋਂ ਆਪਾਂ ਕੋਈ MS ਵਰਡ ਖੋਲ੍ਹਦੇ ਹਾਂ ਜਾਂ ਨੋਟਪੈਡ ਖੋਲ੍ਹਦੇ ਹਾਂ, ਜਿਹੜੀ ਟੌਪ ਦੇ ਉੱਪਰ ਆ ਜਾਂਦੀ ਲਿਖਿਆ ਹੁੰਦਾ ਨਾ ਫਾਈਲ, ਕੁਛ ਵੀ ਹੈ ਨਾ, ਕੋਈ ਆਪਸ਼ਨਾਂ ਹੁੰਦੀਆਂ, ਉਹਨੂੰ ਕੀ ਕਹਿੰਦੇ ਆ? ਤਾਂ ਉਹਨੂੰ ਭਾਈ ਕਹਿੰਦੇ ਆ ਟਾਈਟਲ ਬਾਰ। ਕੀ ਕਹਿੰਦੇ ਆ ਉਹਨੂੰ? ਟਾਈਟਲ ਬਾਰ, ਠੀਕ ਹੈ ਜੀ ਭਾਈ। ਮੈਨੂ ਬਾਰ ਤਾਂ ਇਹਦੇ ਅੰਦਰ ਖੁੱਲੂਗਾ ਮੈਨੂ, ਕਲਿੱਕ ਕਰਨ ਤੋਂ ਬਾਅਦ ਜਿਹੜੀ ਸਾਹਮਣੇ ਡਿਸਪਲੇ ਹੁੰਦੀ ਆ ਉਹਨੂੰ ਕੀ ਕਹਿੰਦੇ ਆ? ਟਾਈਟਲ ਬਾਰ। ਟੌਪ ਦਾ ਮਤਲਬ ਕੀ ਆ? ਟੀ ਤੋਂ ਯਾਦ ਰੱਖ ਲਿਓ, T ਫॉर ਟਾਈਟਲ, T ਫॉर ਟੌਪ। ਟੌਪ 'ਤੇ ਕੀ ਹੁੰਦਾ? ਟਾਈਟਲ। ਆਪਾਂ ਵੈਸੇ ਵੀ ਕੋਈ ਚੀਜ਼ ਬਣਾਉਣੇ ਸਭ ਤੋਂ ਪਹਿਲਾਂ ਟਾਈਟਲ ਦਿੰਦੇ ਆ। ਆਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ, ਤੁਸੀਂ ਆਮ ਕਰਦੇ ਵੀ ਹੋਵੋਗੇ। ਜਿਪਿੰਗ ਏ ਫਾਈਲ, ਜਿਪਿੰਗ ਮਤਲਬ ਆਪਾਂ ਕੰਪਰੈਸ ਕਰ ਦਿੰਦੇ ਹਾਂ ਨਾ ਕੋਈ ਚੀਜ਼, ਕੋਈ ਆਪਾਂ ਅੱਜ ਦੇਖੋ ਅੱਜ ਕੱਲ੍ਹ ਨਵਾਂ ਕੰਪਰੈਸਰ ਆ ਰਿਹਾ, ਪਹਿਲਾਂ ਹੁੰਦਾ ਸੀ ਜਿਪ ਜੀ ਬਣੀ ਹੁੰਦੀ ਸੀ, ਇੱਦਾਂ ਜਿਪ ਜੀ ਬਣੀ ਹੁੰਦੀ ਸੀਗੀ। ਅੱਜ ਕੱਲ੍ਹ ਕੀ ਆਉਂਦਾ, ਬੁੱਕਸ ਜਿਹੀਆਂ ਬਣੀਆਂ ਹੁੰਦੀਆਂ ਉਹ, ਹੈ ਨਾ, ਕੰਪਰੈਸਿੰਗ। ਤਾਂ ਉਹ ਕੀ ਹੁੰਦਾ ਭਾਈ, ਕੰਪਰੈਸ ਕਰਨਾ। ਮਤਲਬ ਕੋਈ ਫਾਈਲ ਬਹੁਤ ਵੱਡੀ ਆ, ਉਹਨੂੰ ਕੰਪਰੈਸ ਕਰਕੇ ਭੇਜਣਾ ਹੋਵੇ ਤਾਂ ਉਹਨੂੰ ਕੀ ਬੋਲਦੇ ਆ? ਕੰਪਰੈਸਿੰਗ ਦਾ ਮੈਸੇਜ। ਜਿਸ ਨਾਲ ਕੀ ਹੁੰਦਾ, ਉਹਦੀ ਕੁਆਲਿਟੀ ਘੱਟ ਜਾਂਦੀ ਹੈ, ਸਾਈਜ਼ ਘੱਟ ਜਾਂਦਾ ਹੈ, ਠੀਕ ਹੈ। ਅੱਗੇ ਆ ਵੀ ਆਹ ਬਹੁਤ ਇੰਪੋਰਟੈਂਟ ਹੈ, ਇਨ ਐਕਸਲ ਟੂ ਪ੍ਰੋਟੈਕਟ ਏ ਵਰਕਸ਼ੀਟ। ਆਪਾਂ ਕੀ ਕਰਦੇ ਹਾਂ, ਐਕਸਲ ਦੇ ਵਿੱਚ ਮੰਨ ਲਓ ਮੇਰਾ ਬਹੁਤ ਇੰਪੋਰਟੈਂਟ ਡਾਟਾ ਪਿਆ, ਮੇਰੇ ਕੋਲ ਸੈਲਰੀ ਪਈ ਇੰਪਲਾਈ ਦੀ, ਮੈਂ ਸ਼ੋਅ ਨਹੀਂ ਕਰਨਾ ਚਾਹੁੰਦਾ, ਮੇਰਾ ਡਾਟਾ ਕੀ ਹੈ, ਪ੍ਰਾਈਵੇਟ ਹੈ। ਤਾਂ ਮੇਰੇ ਕੋਲ ਐਕਸਲ ਇੱਕ ਮੈਨੂੰ ਫੈਸਿਲਿਟੀ ਪ੍ਰੋਵਾਈਡ ਕਰਦਾ ਕਿ ਮੈਂ ਇਹਦੇ ਉੱਪਰ ਪਾਸਵਰਡ ਲਗਾ ਸਕਦਾ। ਕਹਿੰਦਾ ਵੀ ਐਕਸਲ ਦੇ ਵਿੱਚ ਉਹ ਪਾਸਵਰਡ ਕਿੱਥੋਂ ਲੱਗਦਾ, ਪ੍ਰੋਟੈਕਸ਼ਨ ਵਾਲਾ ਪਾਸਵਰਡ ਕਿੱਥੋਂ ਲੱਗਦਾ, ਕਿਹੜੀ ਆਪਸ਼ਨ 'ਚ ਲੱਗਦਾ, ਠੀਕ ਹੈ। ਇਹ ਹੁਣ ਤੁਸੀਂ ਦੱਸਣਾ ਭਾਈ ਵੀ ਪ੍ਰੋਟੈਕਸ਼ਨ ਵਾਲਾ ਪਾਸਵਰਡ ਕਿੱਥੇ ਜਾ ਕੇ ਲੱਗਦਾ। ਤੁਹਾਨੂੰ ਮੈਂ ਵੈਸੇ ਦੱਸ ਦਿੰਦਾ, ਇਹ 2003 ਦੇ ਵਰਡ ਦੀ ਗੱਲ ਕਰ ਰਿਹਾ। 7 ਦੇ ਵਿੱਚ ਵੱਖਰੀ ਆਪਸ਼ਨ ਹੈ, ਤਾਂ ਟੂਲ ਦੇ ਉੱਪਰ ਜਾ ਕੇ ਲੱਗਦਾ। ਕਿੱਥੇ ਜਾ ਕੇ ਲੱਗਦਾ ਭਾਈ? ਟੂਲਸ ਦੇ ਉੱਪਰ ਲੱਗ ਰਿਹਾ। ਕਈ ਵਾਰ ਕੁਐਸਚਨ ਪੇਪਰਾਂ ਦੇ ਵਿੱਚ ਕਿਹੜਾ ਮੈਂਸ਼ਨ ਆ ਕਿ ਵਰਡ ਕਿਹੜਾ ਆਊਗਾ, MS ਆਫਿਸ ਕਿਹੜਾ ਆਊਗਾ, ਤਾਂ ਜ਼ਿਆਦਾਤਰ ਜਿਹੜਾ MS ਵਰਡ ਆਉਂਦਾ 2003 ਜਾਂ 7 ਆਉਂਦਾ, 10 ਨਹੀਂ ਆਉਂਦਾ ਹੈਗਾ, 10 ਪੁੱਛਦੇ ਨਹੀਂਗੇ ਉਹ, 3 ਜਾਂ 7 ਜਿਹੜੇ ਮੈਂ ਕੁਐਸਚਨ ਕਰਾ ਰਿਹਾ ਹੈ ਵੀ 3 ਤੇ 7 ਦੇ ਬੇਸ ਆ। ਤਾਂ ਇਹਦਾ ਆਨਸਰ ਕੀ ਆ ਭਾਈ? 24ਵੇਂ ਦਾ C ਆਨਸਰ ਹੈ। ਇਹਦਾ ਆਨਸਰ ਕੀ ਹੈ? ਟੂਲਸ। ਉਹਦੇ ਕੁਐਸਚਨ ਬਹੁਤ ਰਿਪੀਟ ਹੁੰਦੇ ਆ ਔਰ ਬਹੁਤ ਸੌਖੇ ਹੁੰਦੇ, ਬਸ ਥੋੜ੍ਹੇ ਜਿਹੇ ਟ੍ਰਿਕੀ ਹੁੰਦੇ, ਥੋੜ੍ਹਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਹੈ। ਅਤੇ ਜਿਹੜੇ ਬੰਦੇ ਦੇਖੋ ਡਾਇਰੈਕਟ MCQ ਕਰੋਗੇ ਤਾਂ ਨਹੀਂ ਆਊਗਾ। ਇਸ ਕਰਕੇ ਮੇਰੀਆਂ ਵੀਡੀਓ ਚਾਹੇ ਮੇਰੀਆਂ ਦੇਖ ਲਓ, ਜੇ ਮੇਰੀਆਂ ਸਮਝ ਆਉਂਦੀਆਂ, ਨਹੀਂ ਜਿੱਥੋਂ ਤੁਹਾਨੂੰ ਸਮਝ ਆਉਂਦੀਆਂ ਜਿਹੜੇ ਮਰਜ਼ੀ ਚੈਨਲ ਤੋਂ ਦੇਖ ਲਓ। ਆਪਣਾ ਤਾਂ ਕੰਮ ਕੀ ਆ, ਆਪਣਾ ਟਾਰਗੇਟ ਕੀ ਆ, ਆਪਾਂ ਪੇਪਰ ਕਲੀਅਰ ਕਰਨਾ ਹੈ, ਠੀਕ ਹੈ। ਜੇ ਮੇਰਾ ਸਮਝ ਆਉਂਦਾ ਤਾਂ ਮੇਰੀ ਭਾਈ ਵੀਡੀਓ ਦੇਖ ਲਿਓ। ਮੈਂ ਤਾਂ ਤੁਹਾਨੂੰ ਬਿਲਕੁਲ ਦੇਸੀ ਤਰੀਕੇ ਨਾਲ ਕਰਾ ਰਿਹਾ ਔਰ ਬਹੁਤ ਸਿੰਪਲ ਵੇ ਨਾਲ ਕਰਾ ਰਿਹਾ। ਜੇ ਅੱਜ ਦੀ ਵੀਡੀਓ ਵਧੀਆ ਲੱਗੀ ਭਾਈ ਲਾਈਕ ਕਰਿਓ, ਸ਼ੇਅਰ ਕਰਿਓ। ਆਪਾਂ ਜਲਦੀ ਇਹਦਾ ਦੂਜਾ ਪਾਰਟ ਲੈ ਕੇ ਆਵਾਂਗੇ। ਧੰਨਵਾਦ। ਸਰਬਤ ਦਾ ਭਲਾ ਬਾਬਾ ਸਭ 'ਤੇ ਮਿਹਰ ਕਰਿਓ, ਸਭ ਦੀ ਜਲਦੀ ਜੋਬ ਲੱਗੇ ਔਰ ਵਧੀਆ ਜੋਬਸ ਆਉਣ ਪੰਜਾਬ ਦੇ ਵਿੱਚ, ਔਰ ਪੰਜਾਬ ਦੀ ਧਰਤੀ
ਖੁਸ਼ਹਾਲ ਹੋਵੇ, ਲੋਕ ਇੱਥੇ ਹੀ ਰਹਿਣ, ਬਾਹਰ ਨਾ ਭੱਜਣ ਭਾਈ। ਬਾਹਰ ਬਹੁਤ ਭੱਜ ਰਹੇ, ਬੜਾ ਦੁੱਖ ਹੁੰਦਾ। ਪੰਜਾਬੀ ਮਾਂ ਬੋਲੀ ਜਿੰਦਾਬਾਦ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਅਤੇ ਪੰਜਾਬੀ ਬੋਲੋ।